सहज सुपाए। दर्शन परसै गुरु कै, जन्म मरण दुख जाए। होवै शिव दुख समधी, नूर अरसों कुरसों चट्टीऐ। तुद डिठै सच्चे पातशाह, मल जन्म जन्म दी कट्टी है। सजन सच्चा पातशाह, सिर साहां दे शाह। जिस पास बैठिया सोही है, सबना दा वेसाह। सतनाम वाहिगुरु साहिब जी। पैरों बाणी भगत कबीर जी की, उल्ट जात कुल दो बिसारी। सुन सहज में बुनत हमारी, उल्ट जात कुल दो बिसारी। सुन सहज में बुनत हमारी, हमरा झगड़ा रहा न को। पंडित मुल्ला छाड़े दो रहाओ। बुन बुन आप पहरावो, यह नहीं आप तहां होए गाँव। पंडित मुल्ला जो लिख दिया, छाड़ चले हम कछु ना लिया। हृदय इखलास निरख ले मीरा, आप खोज खोज मिले कबीरा। हृदय इखलास निरख ले मीरा, आप खोज खोज मिले कबीरा। वाहिगुरु जी का खालसा, वाहिगुरु जी की फतेह। गरीब नवाज सतगुरु सर्व सुखां दे दाते, चवर छत्र तखत दे मालक, जहरा जहूर अते हाजरा हजूर। धन श्री गुरु ग्रंथ साहिब जी की पावन पवित्र हजूरी विच सुभाईमान। परम सत्कारयोग गुरु रूप खालसा साध संगत जीओ, वाहिगुरु जी की अपार कृपा हुई है। अमृत वेले सतगुरु जी के दर्शन दीदार प्राप्त करने का सुभाग प्राप्त होया है। पावन गुरबाणी का कीर्तन गुरु के कीर्तनियां पासों आप जी ने सुने। गुरु ग्रंथ साहिब जी की अमृत बाणी की लड़ीवार विचार जो आप जी हर रोज श्रवण करते हो, उस दे नाल संबंधित गुरु के ये पावन अमोल बचन जो भगत कबीर साहब जी के उचारण किए हुए ने आप जी श्रवण कर रहे थे। भगत कबीर साहब जी बनारस विच पैदा हुए। जुलाहियां दा कम सी आप जी दा। उस वेले मुगलिया हुकूमत सी। बनारस हिंदू संस्कृति का गढ़ है और इत्थों कई लहरां समय समय ते उत्पन्न होईयां। कईयां ने समाज नूं सुख भी दिता, कईयां ने समाज नूं बर्बाद भी किया। ਉਹਦੇ ਵਿੱਚ ਸਭ ਤੋਂ ਜਿਹੜੀ ਖਤਰਨਾਕ ਲਹਿਰ ਸੀ ਉਹ ਸੀ ਵਰਨ ਵੰਡ ਦੀ, ਜਿਸ ਦੇ ਅਧੀਨ ਸਾਡਾ ਮੁਲਕ ਸਦੀਆਂ ਤੋਂ ਗੁਲਾਮ ਹੋ ਗਿਆ। ਬਾਬਾ ਕਬੀਰ ਸਾਹਿਬ ਜੀ ਕਿੰਨੇ ਬਹਾਦਰ ਸਨ, ਕਿੰਨੇ ਸੂਰਮੇ ਸਨ। ਤੁਸੀਂ ਉਹਨਾਂ ਦਾ ਇਹ ਪਵਿੱਤਰ ਸ਼ਬਦ ਜਦੋਂ ਵਿਚਾਰੋਗੇ, ਪੜੋਗੇ ਕਿ ਇੱਕ ਬੰਨੇ ਮੁਗਲਿਆ ਹਕੂਮਤ ਹੈ ਜਿਹੜੀ ਜ਼ਬਰਦਸਤੀ ਲੋਕਾਂ ਨੂੰ ਆਪਣੇ ਈਮਾਨ 'ਚ ਲਿਆਉਣਾ ਚਾਹੁੰਦੀ ਹੈ। ਇੱਕ ਬੰਨੇ ਹਿੰਦੂ ਸੰਸਕ੍ਰਿਤੀ ਦਾ ਗੜ੍ਹ ਹੈ, ਕੇਂਦਰ ਹੈ, ਜਿੱਥੇ ਕੋਈ ਦੂਸਰੀ ਗੱਲ ਨਹੀਂ ਕਰ ਸਕਦਾ। ਬਾਬਾ ਕਬੀਰ ਸਾਹਿਬ ਜੀ ਨੇ ਉਸ ਵੇਲੇ ਇੰਨੀ ਬਹਾਦਰੀ ਦੇ ਨਾਲ, ਇੰਨੀ ਸੂਰਮਗਤੀ ਦੇ ਨਾਲ
ਉਹਨਾਂ ਦੀ ਜ਼ੋਰ ਜ਼ੁਲਮ ਦੀ ਵਿਰੋਧਤਾ ਕੀਤੀ। ਭਗਤ ਜੀ ਨੇ ਇੱਕ ਸੱਚ ਮਾਰਗ ਦੀ ਸਾਨੂੰ ਸੂਝ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਰੱਬੀ ਪਿਆਰਿਆਂ ਦੀ, ਮਹਾਂਪੁਰਖਾਂ ਦੀ ਬਾਣੀ ਹੈ ਜੋ ਸੱਚ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਨਿਰਮਲ ਪੰਥ ਦੀ ਆਰੰਭਤਾ ਕੀਤੀ ਹੈ ਉਹ ਸੱਚ ਤੇ ਆਧਾਰਿਤ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਜਿਹਨੂੰ ਆਪਾਂ ਧਰਮ ਕਹਿੰਦੇ ਆ, ਬਹੁਤ ਪਵਿੱਤਰ ਚੀਜ਼ ਹੈ, ਬੜਾ ਮਹਾਨ ਜਜ਼ਬਾ ਹੈ। ਧਰਮ ਦਾ ਅਰਥ ਹੈ ਜ਼ਿੰਦਗੀ ਦੇ ਅੰਦਰ ਧਾਰਨ ਯੋਗ ਗੁਣਾਂ ਨੂੰ ਧਾਰਨ ਕਰਨਾ, ਰੱਬੀ ਗੁਣਾਂ ਨੂੰ ਗ੍ਰਹਿਣ ਕਰਨਾ। ਧਰਮ ਦੇ ਨਾਂ ਤੇ ਮਜ਼ਹਬ ਚੱਲੇ ਨੇ, ਪੰਥ ਚੱਲੇ ਨੇ। ਇਹ ਪੰਥ ਜਾਂ ਮਜ਼ਹਬ ਜਿਹੜੇ ਨੇ ਇਹ ਮਨੁੱਖ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਨੇ, ਧਰਮ ਦੀ ਸੋਝੀ ਦੇਣ ਦੇ ਲਈ ਨੇ। ਪਰ ਸਮੇਂ-ਸਮੇਂ ਤੇ ਧਰਮ ਦੀ ਦੁਨੀਆ ਦੇ ਅੰਦਰ ਕੁਝ ਪੁਜਾਰੀ ਬਿਰਤੀ ਵਾਲੇ ਲੋਕ ਹੋਏ, ਹੰਕਾਰੀ ਬਿਰਤੀ ਵਾਲੇ ਲੋਕ ਹੋਏ, ਜਿਨ੍ਹਾਂ ਨੇ ਧਰਮ ਨੂੰ, ਮਜ਼ਹਬ ਦੇ ਧਰਮ ਦੇ ਉੱਪਰ ਕਬਜ਼ਾ ਕਰਨ ਦਾ ਯਤਨ ਕੀਤਾ। ਜ਼ਬਰਦਸਤੀ ਲੋਕਾਂ ਨੂੰ ਆਪਣੀ ਮਜ਼ਹਬ 'ਚ ਲਿਆਉਣਾ ਜਾਂ ਜ਼ਬਰਦਸਤੀ ਕਿਸੇ ਦੇ ਮਜ਼ਹਬ ਨੂੰ ਦਬਾਉਣ ਦਾ ਯਤਨ ਕਰਨਾ, ਕਿਸੇ ਦੇ ਪੰਥ ਨੂੰ ਦਬਾਉਣ ਦਾ ਯਤਨ ਕਰਨਾ, ਇਹ ਧਰਮ ਵਿਰੋਧੀ ਕਾਰਨ ਨੇ। ਔਰ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚੀਜ਼ਾਂ ਦੀ ਰੱਟ ਕੇ ਵਿਰੋਧਤਾ ਕੀਤੀ। ਗੁਰਬਾਣੀ ਵਿੱਚ ਕਿਤੇ ਮੁਸਲਮਾਨ ਨੂੰ ਮਾੜਾ ਨਹੀਂ ਕਿਹਾ, ਕਿਤੇ ਕਿਸੇ ਬ੍ਰਾਹਮਣ ਨੂੰ ਮਾੜਾ ਨਹੀਂ ਕਿਹਾ ਗਿਆ। ਜੇ ਕੋਈ ਵਾਕਈ ਬ੍ਰਾਹਮਣ ਹੈ ਤੇ ਸਤਿਗੁਰੂ ਜੀ ਨੇ ਇਹ ਗੱਲ ਕਹਿਤੀ, ਸੋਈ ਬ੍ਰਾਹਮਣ ਪੂਜਣ ਜੁਗਤ, ਜੋ ਬ੍ਰਹਮ ਵਿੱਚ ਲਵਲੀਨ ਹੈ, ਜੋ ਚੌਵਰਨਾਂ ਨੂੰ ਉਪਦੇਸ਼ ਦਿੰਦਾ ਹੈ, ਜੋ ਸਮੁੱਚੀ ਮਾਨਵਤਾ ਦੇ ਵਿੱਚ ਬਰਾਬਰਤਾ ਦੀ, ਪਿਆਰ ਦੀ, ਸਮਾਨਤਾ ਦੀ ਗੱਲ ਕਰਦਾ ਹੈ, ਜੋ ਮਨੁੱਖਤਾ ਦੇ ਭਲੇ ਦੀ ਗੱਲ ਕਰਦਾ ਹੈ। ਉੱਥੇ ਸਤਿਗੁਰੂ ਜੀ ਨੇ ਕਿਹਾ ਸੋਈ ਬ੍ਰਾਹਮਣ ਪੂਜਣ ਜੁਗਤ। ਉਹ ਬ੍ਰਹਮ ਵਿੱਚ ਜੋ ਲਵਲੀਨ ਹੋ ਗਿਆ ਉਹ ਤੇ ਪੂਜਣ ਯੋਗ ਹੈ। ਬ੍ਰਾਹਮਣ ਹੈ ਹੀ ਉਹ ਜੋ ਬ੍ਰਹਮ ਵਿੱਚ ਲਵਲੀਨ ਹੋ ਜਾਏ। ਸਤਿਗੁਰੂ ਜੀ ਨੇ ਕਿਤੇ ਮੁਸਲਮਾਨ ਨੂੰ ਨਹੀਂ ਮਾੜਾ ਕਿਹਾ, ਮੁਸਲਮਾਨ ਦੀ ਤਾਰੀਫ ਕੀਤੀ ਕਿ ਜੇ ਮੁਸਲਮਾਨ 'ਚ ਗੁਣ ਆ ਜਾਣ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਖੋਵੇ, ਮੁਸਲਮਾਨ ਕਹਾਵਣ ਮੁਸ਼ਕਿਲ ਜੇ ਹੋਏ ਤਾਂ ਮੁਸਲਮਾਨ ਕਹਾਵੇ, ਪੰਜ ਨਿਵਾਜਾ ਪੰਜ ਵਕਤ, ਪੰਜਾ ਪੰਜੇ ਨਾਓ। ਲੇਕਿਨ ਜਿੱਥੋਂ ਤੱਕ ਇਹਨਾਂ ਮੱਤਾਂ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਸੀ ਜਿਹੜੇ ਕਹਿੰਦੇ ਅਸੀਂ ਕਾਜੀ ਆ, ਸਾਡੇ ਫਤਵੇ ਦੇ ਨਾਲ ਸੰਸਾਰ ਚੱਲਣਾ ਹੈ, ਜਿਹੜੇ ਕਹਿੰਦੇ ਅਸੀਂ ਬ੍ਰਾਹਮਣ ਆ, ਸਾਡੇ ਹੁਕਮ ਦੇ ਨਾਲ ਹੀ ਦੁਨੀਆ ਚੱਲਣੀ ਚਾਹੀਦੀ ਹੈ, ਉਹਨਾਂ ਦੇ ਪ੍ਰਥਾਏ ਸਤਿਗੁਰੂ ਜੀ ਨੇ ਡਟ ਕੇ ਇਨਕਲਾਬੀ ਗੱਲਾਂ ਕਹੀਆਂ। ਸਮਾਜ ਦੇ ਡੁੱਬਣ ਦਾ ਕਾਰਨ ਹੀ ਉਹਨਾਂ ਲੋਕਾਂ ਨੂੰ ਦੱਸਿਆ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਕਿੰਨੇ ਇਨਕਲਾਬੀ ਨੇ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਬ੍ਰਾਹਮਣ ਜਿਹੜਾ ਹੈ, ਕਾਦੀ ਜਿਹੜਾ ਹੈ, ਕਾਜੀ ਨੂੰ ਜੱਜ ਕਿਹਾ ਜਾਂਦਾ ਸੀ ਕਿ ਜੋ ਉਹ ਫੈਸਲਾ ਦੇਗਾ ਉਹ ਮੰਨਿਆ ਜਾਏਗਾ। ਪਰ ਇਹ ਕੂੜ ਬੋਲ ਮਲ ਖਾਏ, ਇਹਨੇ ਮਲ ਖਾਣੀ ਸ਼ੁਰੂ ਕਰਤੀ, ਭਾਵ ਵੱਡੀ ਲੈਣੀ ਸ਼ੁਰੂ ਕਰਤੀ, ਰਿਸ਼ਵਤ ਲੈਣੀ ਸ਼ੁਰੂ ਕਰਤੀ, ਕੂੜ ਬੋਲਣਾ ਸ਼ੁਰੂ ਕਰ ਦਿੱਤਾ, ਵੱਡੀ ਲੈ ਕੇ ਹੱਕ ਗਵਾਉਣਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਜਿਹੜੀ ਨਿਆਂ ਸੰਸਥਾ ਸੀ ਉਹ ਕਮਜ਼ੋਰ ਹੋ ਗਈ। ਜਿਵੇਂ ਅੱਜ ਵੀ ਹੈ ਸਾਡੇ ਮੁਲਕ ਦੇ ਅੰਦਰ, ਜੱਜ ਵਿਕ ਜਾਂਦੇ ਨੇ, ਜੱਜ ਪੋਲੀਟੀਸ਼ੀਅਨਾਂ ਦੇ ਦਬਾਅ ਦੇ ਅੰਦਰ ਫੈਸਲੇ ਦਿੰਦੇ ਨੇ। ਜਦੋਂ ਇਹ ਕੁਝ ਹੁੰਦਾ ਹੈ ਉਦੋਂ ਮੁਲਕ ਦਾ ਉਜਾੜਾ ਹੁੰਦਾ ਹੈ। ਸਤਿਗੁਰੂ ਜੀ ਨੇ ਉਸ ਵੇਲੇ ਕਿ ਕਾਦੀ ਕੂੜ ਬੋਲ ਮਲ ਖਾਏ, ਜੋ ਨਿਆਂ ਕਰਨ ਵਾਲੇ ਕਾਜੀ ਸਨ ਉਹ ਵੱਡੀ ਲੈ ਕੇ ਹੱਕ ਗਵਾਉਣ ਲੱਗ ਪਏ, ਕੂੜ ਖਾਣਾ ਸ਼ੁਰੂ ਕਰਤਾ, ਮੈਲ ਖਾਣੀ ਸ਼ੁਰੂ ਕਰਤੀ। ਬ੍ਰਾਹਮਣ ਨਾਵੇ ਜੀਆਂ ਕਾਏ, ਬ੍ਰਾਹਮਣ ਦਾ ਅਰਥ ਸੀ ਲੋਕਾਂ ਨੂੰ ਬ੍ਰਹਮ ਨਾਲ ਜੋੜਨਾ, ਪਰਮਾਤਮਾ ਨਾਲ ਜੋੜਨਾ, ਲੋਕਾਂ 'ਚ ਪਿਆਰ ਪੈਦਾ ਕਰਨਾ। ਪਰ ਬ੍ਰਾਹਮਣ ਨੇ ਸਿਰਫ ਲੋਕਾਂ ਕੋਲ ਦਾਨ ਪੂਜਾ ਲੈਣਾ ਹੀ ਆਪਣੀ ਜ਼ਿੰਦਗੀ ਦਾ ਫਰਜ਼ ਸਮਝ ਲਿਆ। ਦਾਨ ਲੈਣ ਦੇ ਨਾਂ ਤੇ ਕਈ ਤਰ੍ਹਾਂ ਦੇ ਕਰਮਕਾਂਡ ਇਜਾਦ ਕਰ ਦਿੱਤੇ, ਦਾਨ ਨਾਂ ਦੇ ਲੈਣ ਤੇ ਕੇਂਦਰਾਂ ਦੇ ਵਹਿ ਭਰਮ ਦੇ ਬਣਾ ਦਿੱਤੇ, ਦਾਨ ਲੈਣ ਦੇ ਨਾਂ ਤੇ ਸਮਾਜ ਨੂੰ ਇਹੋ ਜਿਹਾ ਆਪਣੀ ਗੁਲਾਮੀ 'ਚ ਜਕੜਿਆ ਕਿ ਮਰਨ ਤੋਂ ਬਾਅਦ ਵੀ ਬੰਦਾ ਇਸ ਗੁਲਾਮੀ ਤੋਂ ਮੁਕਤ ਨਹੀਂ ਹੁੰਦਾ। ਬ੍ਰਾਹਮਣ ਨਾਵੇ ਜੀਆਂ ਕਾਏ, ਜੀਆਂ ਕਾਏ ਦਾ ਅਰਥ ਹੈ ਕਿ ਲੋਕਾਂ ਨੂੰ ਘਾਤ ਕਰਕੇ, ਲੋਕਾਂ ਦੇ ਖੂਨ ਨੂੰ ਪੀ ਕੇ ਬ੍ਰਾਹਮਣ ਜਿਹੜਾ ਉਹ ਨਹਾਉਂਦਾ ਹੈ। ਉਹ ਉਵੇਂ ਨਹੀਂ ਨਹਾ ਕੇ ਇਸ਼ਨਾਨ ਕਰਦਾ, ਉਹ ਤੇ ਦਿਖਾਵਾ ਹੈ, ਉਹ ਲੋਕਾਂ ਦੇ ਖੂਨ 'ਚ ਨਹਾ ਰਿਹਾ ਹੈ। ਜੋਗੀ ਜੁਗਤ ਨ ਜਾਣੇ ਅੰਧ। ਤੀਜਾ ਪੰਛੀ ਜੋਗੀਆਂ ਦਾ, ਕਹਿਣ ਲੱਗੇ ਜੋਗੀ ਨੂੰ ਤੇ ਅੰਨ੍ਹਾ, ਉਹਨੂੰ ਪਤਾ ਹੀ ਨਹੀਂ ਹੈ। ਪਹਿਲੀ ਗੱਲ ਉਹ ਸਮਾਜ ਤੋਂ ਭੱਜ ਗਿਆ, ਜੋ ਸਮਾਜ ਤੋਂ ਭੱਜ ਕੇ ਉਹਨੂੰ ਰੱਬ ਦਾ ਰਸਤਾ ਕੀ ਮਿਲਣਾ। ਜੋਗੀ ਜੁਗਤ ਨ ਜਾਣੇ ਅੰਧ, ਇਹ ਅੰਨ੍ਹਾ, ਉਹਨੂੰ ਜਿਉਣ ਦੀ ਜਾਚ ਹੀ ਨਹੀਂ ਹੈ। ਤੀਨੇ ਉਜਾੜੇ ਕਾ ਬੰਦ, ਇਹ ਤਿੰਨੇ ਧਾਰਮਿਕ ਆਗੂ ਜਿਹੜੇ ਸਨ ਸਮਾਜ ਦੇ ਉਜਾੜੇ ਦਾ ਕਾਰਨ ਬਣ ਗਏ। ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸੇ ਕਰਕੇ ਉਹ ਮਾਰਗ ਦਿੱਤਾ ਜਿਹੜਾ ਇਨਸਾਨੀਅਤ ਦਾ ਮਾਰਗ ਹੈ, ਜਿਹੜਾ ਮਨੁੱਖਤਾ ਦਾ ਧਰਮ ਹੈ। ਮਨੁੱਖਤਾ ਦਾ ਧਰਮ ਹੈ ਇਮਾਨਦਾਰ ਹੋ ਜਾਓ। ਤੁਸੀਂ ਮੁਸਲਮਾਨ ਹੋ, ਮੁਬਾਰਕ ਹੈ, ਪਰ ਈਮਾਨਦਾਰ ਹੋ ਜਾਓ। ਹੋਏ ਈਮਾਨ, ਹੋਏ ਕਿਰਸਾਨ ਈਮਾਨ ਜਾਏ, ਈਮਾਨ ਜਮਾਇਲ ਹੈ, ਪਿਸਤ ਦੋਜਕ ਬੂੜੇ ਇਹ ਵਿਦਾਨੀ।
ਤੁਸੀਂ ਬ੍ਰਾਹਮਣ ਹੋ, ਇਮਾਨਦਾਰ ਹੋ ਜਾਓ, ਬ੍ਰਹਮ ਦੇ ਨਾਲ ਜੁੜ ਕੇ ਨਿਰਵੈਰ ਹੋ ਜਾਓ, ਨਿਰਭਉ ਹੋ ਜਾਓ। ਕਿਤੇ ਬਾਬਾ ਨਾਨਕ ਜੀ ਨੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਬ੍ਰਾਹਮਣ ਹੋ ਤੇ ਤੁਸੀਂ ਆਪਣਾ ਸਭ ਕੁਝ ਉਤਾਰ ਕੇ ਮੇਰੇ ਕੋਲ ਆਓ ਤੇ ਤਾਂ ਤੁਹਾਨੂੰ ਪ੍ਰਵਾਨ ਕਰਾਂਗਾ। ਦੇਖੋ, ਮੀਆਂ ਮੀਰ ਮੁਸਲਮਾਨ ਹੁੰਦਾ ਵੀ ਗੁਰੂ ਕਾ ਸਿੱਖ ਹੈ, ਮਰਦਾਨਾ ਮੁਸਲਮਾਨ ਹੁੰਦਾ ਹੋਇਆ ਵੀ ਗੁਰੂ ਕਾ ਸਿੱਖ ਹੈ, ਗਨੀ ਖਾਂ ਨਬੀ ਖਾਂ ਮੁਸਲਮਾਨ ਹੁੰਦੇ ਹੋਏ ਵੀ ਗੁਰੂ ਕੇ ਸਿੱਖ ਨੇ। ਕਿੱਡਾ ਸਤਿਗੁਰ ਜੀ ਦਾ ਇਹ ਮਹਾਨ ਫਲਸਫਾ ਹੈ ਕਿ ਸਾਨੂੰ ਇਨਸਾਨੀਅਤ ਚਾਹੀਦੀ, ਇਨਸਾਨੀਅਤ ਦਾ ਧਰਮ ਸਰਵ ਧਰਮ ਹੈ, ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ। ਕੋ ਮਸੀਤ ਵਿੱਚ ਜਾ ਕੇ ਨਾਮ ਜਪੇ, ਮੁਬਾਰਕ ਹੈ। ਕੋ ਮੰਦਿਰ 'ਚ ਬੈਠ ਕੇ ਪ੍ਰਮਾਤਮਾ ਦੀ ਪੂਜਾ ਕਰੇ, ਮੁਬਾਰਕ ਹੈ। ਕਰੇ ਪ੍ਰਮਾਤਮਾ ਦੀ, ਉੱਥੇ ਜਾ ਕੇ ਈਰਖਾ ਦੀਆਂ ਗੱਲਾਂ ਨਾ ਕਰੇ, ਉੱਥੇ ਜਾ ਕੇ ਵੈਰ ਵਿਰੋਧਮ ਵਰਣਵਣ ਦੀ ਗੱਲ ਨਾ ਕਰੇ, ਕਰੇ ਪ੍ਰਮਾਤਮਾ ਦੀ ਗੱਲ ਮੰਦਿਰ 'ਚ ਕਰੀ ਜਾਏ, ਮੁਬਾਰਕ ਹੈ। ਸਤਿਗੁਰੂ ਸਾਹਿਬ ਜੀ ਨੇ ਜੋ ਇਹ ਲੋਕਾਂ ਦਾ ਸੁਭਾਅ ਸੀ ਮਜ਼ਹਬਾਂ ਦੇ ਨਾਂ ਤੇ, ਉੱਥੇ ਆ ਕੇ ਸਤਿਗੁਰੂ ਜੀ ਨੇ ਗੱਲ ਕਹਿਤੀ, ਨਾ ਹਮ ਹਿੰਦੂ ਨਾ ਮੁਸਲਮਾਨ। ਕਿਉਂਕਿ ਪ੍ਰਮਾਤਮਾ ਇੱਕ ਹੈ। ਕੋਈ ਉਹਨੂੰ ਰਾਮ ਕਹਿੰਦਾ, ਕੋਈ ਉਹਨੂੰ ਅੱਲਾ ਕਹਿੰਦਾ, ਕੋਈ ਵੀ ਕਹੇ ਚੰਗੀ ਗੱਲ ਹੈ, ਭਾਗਾਂ ਵਾਲਾ ਜਿੱਦਾਂ ਵੀ ਉਹਨੂੰ ਕੋਈ ਚੇਤੇ ਕਰਦਾ। ਪਰ ਹੋਇਆ ਕਿ ਇੱਕ ਰਾਹ ਨਾਮ ਦੇ ਰਾਹ ਲੁਬਾਣੇ, ਕਹਿਣ ਲੱਗੇ ਕਿ ਇਹ ਲੋਕ ਹੈ ਤੇ ਰੱਬ ਇੱਕੋ ਹੀ, ਪਰ ਖੈ ਮਰਦੇ ਬਾਹਮਣ ਮੌਲਾ ਨੇ ਪਰਮਾਤਮਾ ਦੇ ਨਾਂ ਤੇ ਆਪਸੀ ਲੜਨਾ ਸ਼ੁਰੂ ਕਰ ਦਿੱਤਾ। ਪਰਮਾਤਮਾ ਦੇ ਨਾਮ ਤੇ ਕੋਈ ਕਹਿੰਦਾ ਕਿ ਮੈਂ ਜਿਸ ਮਾਰਗ ਤੇ ਚੱਲ ਰਿਹਾ ਇਹ ਠੀਕ ਹੈ, ਇੱਧਰ ਸਾਰੀ ਦੁਨੀਆ ਆ ਜਾਣੀ ਚਾਹੀਦੀ ਹੈ, ਦੂਜਾ ਮਾੜਾ ਹੈ, ਦੂਜਾ ਕਹਿੰਦਾ ਇਹ ਮਾੜਾ ਹੈ। ਖੈ ਮਰਦੇ ਬਾਹਮਣ ਮੌਲਾ ਨੇ। ਸਤਿਗੁਰੂ ਜੀ ਨੇ ਇਹਨਾਂ ਦੀਆਂ ਇਹ ਗੱਲਾਂ ਦੇਖ ਕੇ ਕਹਿਤਾ ਕਿ ਤੁਹਾਨੂੰ ਸਾਨੂੰ ਇਹ ਤੁਹਾਡੀਆਂ ਗੱਲਾਂ ਪ੍ਰਵਾਨ ਨਹੀਂ, ਨਾ ਹਮ ਹਿੰਦੂ ਨਾ ਮੁਸਲਮਾਨ। ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਬੜਾ ਇਨਕਲਾਬੀ ਸ਼ਬਦ ਹੈ। ਇਸ ਸ਼ਬਦ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਭੈਰੋਂ ਰਾਗ ਵਿੱਚ 1131 ਅੰਕ ਤੇ ਕੀਤੀ ਹੈ ਇੱਕ ਥਾਂ ਤੇ। ਕਿਉਂਕਿ ਸ਼ਬਦ ਬਾਬਾ ਕਬੀਰ ਸਾਹਿਬ ਜੀ ਨੇ ਉਚਾਰਿਆ ਹੈ, ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜੇ ਇਹਦੇ ਵਿਸਥਾਰ ਵਿੱਚ। ਸਤਿਗੁਰੂ ਸਾਹਿਬ ਜੀ ਨੇ ਫਿਰ ਉੱਥੇ ਵਿਆਖਿਆ ਕੀਤੀ ਇਸ ਸ਼ਬਦ ਦੀ। ਆਪਾਂ ਮਿਲ ਕੇ ਇਹ ਗੁਰੂ ਕਾ ਇਹ ਪਵਿੱਤਰ ਸ਼ਬਦ ਵਿਚਾਰਨਾ ਹੈ, ਜਿਹਦੇ ਅੰਦਰ ਭਗਤ ਕਬੀਰ ਸਾਹਿਬ ਜੀ ਇੱਕ ਮਨੁੱਖਤਾ ਦੇ ਧਰਮ ਦੀ ਗੱਲ ਕਰ ਰਹੇ ਨੇ ਕਿ ਇਨਸਾਨ ਦਾ ਧਰਮ ਕੀ ਹੋਣਾ ਚਾਹੀਦਾ ਹੈ। ਮਨੁੱਖਤਾ ਦਾ ਧਰਮ ਹੈ ਰੱਬ ਨੂੰ ਮਿਲਣਾ। ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਨਾ ਤੇ ਨਾਤਿਆਂ ਮਿਲਿਆ ਜਾ ਸਕਦਾ ਹੈ, ਨਾ ਕੋਈ ਹਜ ਕੀਤਿਆਂ ਮਿਲਿਆ ਜਾ ਸਕਦਾ ਹੈ, ਨਾ ਕੋਈ ਹੋਰ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ। ਰੱਬ ਨੂੰ ਮਿਲਣ ਦਾ ਤਰੀਕਾ ਹੈ ਕਿ ਆਪਣੇ ਆਪ ਨੂੰ ਖੋਜਣਾ। ਬਾਬਾ ਕਬੀਰ ਸਾਹਿਬ ਜੀ ਜੋ ਇਨਕਲਾਬੀ ਗਿਆਨ ਸਾਨੂੰ ਦੇ ਰਹੇ ਨੇ, ਆਓ ਆਪਾਂ ਮਿਲ ਕੇ ਭਗਤ ਜੀ ਦੇ ਇਹ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਆਂ, ਮਨ ਬਿਰਤੀਆਂ ਨੂੰ ਟਿਕਾਉਂਦੇ ਆਂ। ਮੁਖ ਤੋਂ ਸਾਰੇ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਉਲਟ ਜਾਤ ਕੁਲ ਦੋ ਬਿਸਾਰੀ। ਭਗਤ ਜੀ ਦਾ ਇਹ ਮੁਬਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1158 ਤੇ ਅੰਕਿਤ ਹੈ। ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਕਿ ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। ਸਾਡਾ ਕਿਸੇ ਨਾਲ ਕੋਈ ਵਾਦ ਵਿਵਾਦ ਨਹੀਂ ਹੈ, ਕੋਈ ਲੈਣ ਦੇਣ ਨਹੀਂ ਹੈ। ਅਸੀਂ ਪੰਡਤ ਤੇ ਮੁੱਲਾ ਦੋਵਾਂ ਨੂੰ ਛੱਡ ਦਿੱਤਾ। ਅਸੀਂ ਨਾ ਪੰਡਤ ਦੇ ਧਰਮ ਨੂੰ ਮੰਨਦੇ ਹਾਂ ਤੇ ਨਾ ਮੁੱਲਾਂ ਦੇ ਧਰਮ ਨੂੰ ਮੰਨਦੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਡਤ ਮੁੱਲਾ ਛਾੜੇ ਦੋ ਦਾ ਅਰਥ ਕੀ ਹੈ ਉਹ ਆਪਣੇ ਪਵਿੱਤਰ ਸ਼ਬਦ ਅੰਦਰ ਕੀਤਾ ਹੈ। ਵਰਤ ਨ ਰਹੋ ਨ ਮਾਰਮ ਧਨ, ਏਕੋ ਸੇਵੀ ਏਕ ਨਿਧਾਨ, ਤੇ ਸੇਵੀ ਜੋ ਰਖੇ ਨਿਧਾਨ। ਏਕ ਗੁਸਾਈ ਅੱਲਾਹ ਮੇਰਾ, ਹਿੰਦੂ ਤੁਰਕ ਦੋਹਾਂ ਨਵੇਰਾ। ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ। ਕਹਿਣਗੇ ਸਾਡਾ ਮਾਲਕ ਤਾਂ ਇੱਕ ਵਾਹਿਗੁਰੂ ਹੈ, ਪ੍ਰਮਾਤਮਾ ਹੈ। ਬਾਕੀ ਆ ਜਿਸ ਮਾਰਗ ਤੇ ਹਿੰਦੂ ਤੁਰਕ ਚੱਲੇ ਨੇ ਅਸੀਂ ਦੋਵਾਂ ਨੂੰ ਨਿਬੇੜ ਦਿੱਤਾ। ਵਰਤ ਨਾ ਰਹੋ ਨਾ ਮਾਂ ਰਮਦਾਨ। ਅਸੀਂ ਵਰਤ ਨਹੀਂ ਰੱਖਦੇ, ਅਸੀਂ ਕੋਈ ਰਮਜ਼ਾਨ ਦੇ ਮਹੀਨੇ ਅੰਦਰ ਭੁੱਖੇ ਨਹੀਂ ਰਹਿੰਦੇ, ਅਸੀਂ ਹਜ ਨਹੀਂ ਕਰਦੇ, ਅਸੀਂ ਤੀਰਥਾਂ ਤੇ ਨਹੀਂ ਜਾਂਦੇ, ਅਸੀਂ ਅੱਗ ਨੂੰ ਨਹੀਂ ਪੂਜਦੇ, ਅਸੀਂ ਕਬਰਾਂ ਨੂੰ ਨਹੀਂ ਪੂਜਦੇ, ਅਸੀਂ ਮੂਰਤਾਂ ਨੂੰ ਨਹੀਂ ਪੂਜਦੇ। ਸਾਡਾ ਤੇ ਇਹਨਾਂ ਨਾਲ ਲੈਣ ਦੇਣੀ ਕੋਈ ਨਹੀਂ ਹੈ। ਅੱਜ ਵੀ ਆਪਣੇ ਮੁਲਕ ਦੇ ਅੰਦਰ ਕੁਝ ਅੰਨੇ ਅਗਿਆਨੀ ਲੋਕ ਨੇ ਜਿਹੜੇ ਰੌਲਾ ਪਾਉਂਦੇ ਨੇ ਕਿ ਸਿੱਖ ਜਿਹੜੇ ਨੇ ਹਿੰਦੂਆਂ ਤੋਂ ਨਿਕਲੇ ਨੇ, ਉਹਨਾਂ ਨੂੰ ਸਿੱਖਾਂ ਦੀ ਡੈਫੀਨੇਸ਼ਨ ਦਾ ਹੀ ਨਹੀਂ ਪਤਾ। ਸਿੱਖ ਨਾ ਵਰਤ ਨੂੰ ਮੰਨੇ, ਨਾ ਪੂਜਾ ਕਰੇ, ਨਾ ਕੋਈ ਤਿਲਕ ਲਾਏ, ਨਾ ਕੋਈ ਜੰਜੂ ਪੈਂਦੇ, ਨਾ ਕੋਈ ਤੀਰਥਾਂ ਤੇ ਜਾਏ। ਇਹ ਕਹਿਣਾ ਕਿ ਸਿੱਖ ਹਿੰਦੂ ਹੀ ਨੇ, ਉਹ ਇਦੋਂ ਵੱਡੀ ਘੋਰ ਮੂਰਖਤਾ ਕੀ ਹੋ ਸਕਦੀ? ਤੇ ਮੂਰਖਾਂ ਦਾ ਰਾਜ ਹੈ ਆਪਣੇ ਮੁਲਕ ਦੇ ਅੰਦਰ, ਮੂਰਖਾਂ ਦੀ ਪੂਜਾ ਹੋ ਰਹੀ ਹੈ। ਸਤਿਗੁਰੂ ਜੀ ਕਹਿੰਦੇ ਹਿੰਦੂ ਤੁਰਕ ਦੋਹਾਂ ਨਵੇਰਾ। ਅਸੀਂ ਦੋਵਾਂ ਨੂੰ ਵੱਖਰਿਆਂ ਕਰ ਦਿੱਤਾ। ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਸਮ, ਜੋ ਕੁਝ ਇਹਨਾਂ ਲਿਖਿਆ ਛੱਡ ਦਿੱਤਾ, ਤਿਆਗ ਦਿੱਤਾ। ਸਤਿਗੁਰੂ ਜੀ ਦੇ ਜਿੱਥੇ ਇਨਕਲਾਬੀ ਬਚਨ ਨੇ, ਵਰਤਨਾ ਹਜ ਕਾਬੇ ਨਹੀਂ ਜਾਂਦੇ, ਤੀਰਥਾਂ ਤੇ ਨਹੀਂ ਜਾਂਦੇ, ਸਾਡਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਸੀ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਅਸੀਂ ਸਾਰੇ ਰੱਬ ਦੇ ਬੰਦੇ ਆ।
ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨ ਜਾਣਾ। ਅਸੀਂ ਪਰਮਾਤਮਾ ਦੇ ਬੰਦੇ ਆ। ਪਰਮਾਤਮਾ ਨੂੰ ਚੇਤੇ ਕਰਨ ਲਈ ਕੋਈ ਵੀ ਕੰਮ ਕਰੇ ਉਹ ਉਹਦਾ ਆਪਣਾ ਰਸਤਾ ਹੈ, ਜਾਏ ਪਰਮਾਤਮਾ ਵਾਲੇ ਬੰਨੇ। ਪਰ ਕੋਈ ਇਹ ਗੱਲ ਕਹੇ ਕਿ ਮੇਰਾ ਮਾਰਗ ਹੀ ਠੀਕ ਹੈ, ਸਤਿਗੁਰੂ ਜੀ ਕਹਿੰਦੇ ਇਹ ਗੱਲ ਅਸੀਂ ਮੰਨਣ ਲਈ ਤਿਆਰ ਨਹੀਂ ਹੈ। ਔਰ ਗੁਰੂ ਸਾਹਿਬ ਜੀ ਨੇ ਇੱਕ ਨਿਰਾਲਾ ਵੱਖਰਾ, ਸਤਿਗੁਰੂ ਜੀ ਨੇ ਕੋਈ ਸੰਪਰਦਾ ਨਹੀਂ ਚਲਾਈ, ਸਤਿਗੁਰੂ ਜੀ ਨੇ ਕੋਈ ਮਜ਼ਹਬ ਨਹੀਂ ਚਲਾਇਆ। ਸਤਿਗੁਰੂ ਜੀ ਨੇ ਸਾਨੂੰ ਪਾਰ ਬ੍ਰਹਮ ਕਾ ਪੰਥ ਜਿਹੜਾ ਗਾਡੀ ਰਾਹ ਦਿੱਤਾ ਹੈ, ਪਾਰ ਬ੍ਰਹਮ ਕਾ ਪੰਥ। ਉਹ ਗਾਡੀ ਰਾਹ ਕੀ ਕਿ ਆਪਾਂ ਜ਼ਿੰਦਗੀ 'ਚ ਪਰਮਾਤਮਾ ਨਾਲ ਕਿਵੇਂ ਜੁੜਨਾ ਹੈ। ਤੁਸੀਂ ਮੁਸਲਮਾਨ ਹੁੰਦਿਆਂ ਵੀ ਜੁੜ ਸਕਦੇ ਹੋ, ਤੁਸੀਂ ਹਿੰਦੂ ਹੁੰਦਿਆਂ ਵੀ ਜੁੜ ਸਕਦੇ ਹੋ, ਕੁਝ ਹੁੰਦਿਆਂ ਵੀ ਜੁੜ ਸਕਦੇ, ਪਰ ਚਲੋ ਤੁਸੀਂ ਉਸ ਮਾਰਗ ਤੇ। ਉਹ ਮਾਰਗ ਹੈ ਪਰਮਾਤਮਾ ਦੀ ਸਿਫਤ ਸਲਾਹ, ਉਹ ਮਾਰਗ ਹੈ ਮਨੁੱਖਤਾ ਦੀ ਸੇਵਾ। ਇਹ ਦੋ ਗੱਲਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪ੍ਰਦਾਨ ਨੇ, ਸੇਵਾ ਅਤੇ ਸਿਮਰਨ। ਸਿਮਰਨ ਕੇਵਲ ਪਰਮਾਤਮਾ ਦਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕੋਈ ਮੂਰਤੀ ਦੀ ਪੂਜਾ ਨਹੀਂ, ਕੋਈ ਕਿਸੇ ਬੁੱਤ ਦੀ ਪੂਜਾ ਨਹੀਂ, ਕੋਈ ਤਸਵੀਰ ਦੀ ਪੂਜਾ ਨਹੀਂ, ਕੋਈ ਬੰਦੇ ਦੀ ਪੂਜਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਇੱਧਰ ਉੱਧਰ ਤੀਰਥਾਂ ਤੇ ਰਟਣ ਜਾਂ ਦੌੜ ਭੱਜ ਦਾ ਕੋਈ ਕਾਰਨ ਨਹੀਂ। ਕੇਵਲ ਸਿਮਰਨ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਿੱਥੇ ਨਾਮ ਦੀ ਚਰਚਾ ਆਈ, ਸਤਿਗੁਰੂ ਜੀ ਨੇ ਸਾਰੇ ਬਾਹਰਲੇ ਕਰਮ ਰਿਜੈਕਟ ਕਰ ਦਿੱਤੇ। ਗੁਰੂ ਸਾਹਿਬ ਜੀ ਦਾ ਬਚਨ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਵਧਿਆ ਫਿਲਿਆ। ਸਾਰੀ ਚਰਚਾ ਸਤਿਗੁਰੂ ਜੀ ਨੇ ਕਰਤੀ। ਜੋ ਕੁਝ ਧਰਮ ਦੇ ਨਾਂ ਤੇ ਅਸੀਂ ਵੀ ਅੱਜ ਕਰ ਰਹੇ, ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਰਿਜੈਕਟ ਕਰ ਦਿੱਤਾ। ਅਸੀਂ ਵੀ ਤੇ ਬਹੁਤ ਸਾਰੇ ਸਿਆਣੇ ਕਹਿੰਦੇ ਨੇ ਗੁਆਂਢੀ ਦੀ ਸ਼ਕਲ ਨਹੀਂ ਆਉਂਦੀ ਤੇ ਅਕਲ ਤੇ ਆ ਜਾਂਦੀ ਹੈ। ਗੁਆਂਢੀ ਮੂਰਤਾਂ ਨੂੰ ਪੁੱਜਦੇ ਸੀ, ਮੂਰਤਾਂ ਗੁਰੂ ਸਾਹਿਬਾਂ ਦੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਗੁਆਂਢੀਆਂ ਵੱਲ ਦੇਖ ਕੇ ਹੈ। ਗੁਆਂਢੀ ਤੀਰਥਾਂ ਤੇ ਜਾਂਦੇ, ਅਸੀਂ ਕਹਿੰਦੇ ਅਸੀਂ ਵੀ ਹਰ ਸਾਲ ਫਲਾਣੇ ਥਾਂ ਜਾਇਆ ਕਰਾਂਗੇ, ਇੰਨੀ ਵਾਰ ਜਾਵਾਂਗੇ ਜ਼ਿੰਦਗੀ 'ਚ, ਸ਼ਾਇਦ ਸਾਨੂੰ ਹਰ ਸਾਲ ਜਾਇਆ ਰੱਬ ਮਿਲ ਜਾਏਗਾ। ਜਾਣਾ ਜਿਸ ਮਕਸਦ ਲਈ ਸੀ ਜਾਣਾ ਚਾਹੀਦਾ, ਹਰ ਸਾਲ ਨਹੀਂ, ਕਈ ਵਾਰ ਜਾਣਾ ਚਾਹੀਦਾ। ਪਰ ਜਾਣਾ ਤੇ ਅਸੀਂ ਉੱਥੋਂ ਗਿਆਨ ਲੈਣ ਦੇ ਲਈ ਕਿ ਸਾਨੂੰ ਸਤਿਗੁਰੂ ਜੀ ਨੇ ਹਜ਼ੂਰ ਸਾਹਿਬ ਤੋਂ ਉਪਦੇਸ਼ ਕੀ ਦਿੱਤਾ ਹੈ, ਸਾਨੂੰ ਪੌਂਟਾ ਸਾਹਿਬ ਤੋਂ ਉਪਦੇਸ਼ ਕੀ ਦਿੱਤਾ ਹੈ। ਜਦ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਉੱਥੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ, ਚਮਕੌਰ ਦੀ ਗੜੀ ਸਾਨੂੰ ਕੀ ਪ੍ਰੇਰਣਾ ਦਿੰਦੀ ਹੈ, ਅਨੰਦਪੁਰ ਸਾਹਿਬ ਜੀ ਦਾ ਕੇਸਗੜ੍ਹ ਸਾਹਿਬ ਦਾ ਸਥਾਨ ਕੀ ਪ੍ਰੇਰਣਾ ਦਿੰਦਾ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸਾਲ 'ਚ ਕਈ ਵਾਰੀ ਕੇਸਗੜ੍ਹ ਸਾਹਿਬ ਜਾਂਦੇ ਹੋਣਗੇ, ਪਰ ਉਹਨਾਂ ਜੇ ਗੁਰੂ ਕੀ ਪਹੁਲ ਹੀ ਨਹੀਂ ਲਈ, ਉਹਨਾਂ ਦੇ ਸਾਰੀ ਜ਼ਿੰਦਗੀ ਜਾਂਦੇ ਰਹਿਣ, ਕੀ ਅਰਥ ਹੋਏਗਾ ਜੇ ਉਹਨਾਂ ਨੂੰ ਗੁਰੂ ਕੀ ਉੱਥੋਂ ਦੇ ਸੁਣਾ ਦਾ ਹੀ ਨਹੀਂ ਪਤਾ। ਬਹੁਤ ਸਾਰੇ ਲੋਕ ਅੰਮ੍ਰਿਤਸਰ ਜਾਂਦੇ ਹੋਣਗੇ, ਜਾਂਦੇ ਅਸੀਂ ਵੀ ਜਾਂਦੇ ਹਾਂ, ਪਰ ਜੋ ਉੱਥੋਂ ਸਤਿਗੁਰੂ ਜੀ ਨੇ ਸਾਨੂੰ ਪੈਗਾਮ ਦਿੱਤਾ ਹੈ, ਜੋ ਉਪਦੇਸ਼ ਦਿੱਤਾ ਹੈ, ਜੇ ਉਹਨੂੰ ਅਸੀਂ ਜਾਣਿਆ ਨਹੀਂ, ਜੇ ਸਮਝਿਆ ਨਹੀਂ, ਉਸ ਮਾਰਗ ਤੇ ਨਹੀਂ ਚੱਲੇ ਤੇ ਜਾਣਨਾ ਕੀ ਹੋ ਜਾਏਗਾ। ਸਾਰੀ ਜ਼ਿੰਦਗੀ ਜਾਈ ਜਾਈਏ ਆਪਾਂ। ਸਤਿਗੁਰੂ ਜੀ ਨੇ ਬੜੀ ਵਿਸਥਾਰ ਨਾਲ ਗੱਲ ਕੀ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਲੱਖ ਤਪ ਉਪਰ ਤੀਰਥਾਂ ਸਹਿ ਜੋਗ ਬੇਵਾਨ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ। ਲੱਖਾਂ ਤੀਰਥਾਂ ਤੇ ਜਾਓ ਤੁਸੀਂ, ਜਾਈ ਜੋ ਕੀ ਹੋ ਜਾਏਗਾ, ਉਹਦੇ ਨਾਲ ਕੀ ਹੈ। ਦੁਨੀਆ ਭੱਜੀ ਫਿਰਦੀ, ਤੁਸੀਂ ਭੱਜੇ ਫਿਰੋ ਨਾ, ਕਿ ਫਰਕ ਪੈ ਜਾਏਗਾ। ਕੋਈ ਏਦਾਂ ਰੱਬ ਥੋੜ੍ਹਾ ਮਿਲ ਜਾਏਗਾ। ਜੇ ਏਦਾਂ ਰੱਬ ਮਿਲਦਾ ਹੁੰਦਾ, ਬਹੁਤ ਲੋਕ ਨੇ ਜਿਹੜੇ ਕਈ ਵਾਰਾਂ ਕਈ ਤੀਰਥਾਂ ਤੇ ਗਏ ਨੇ, ਕਿ ਉਹ ਰੱਬ ਬਣ ਗਏ ਨੇ। ਸਿਰਫ ਉਹਨਾਂ ਦੇ ਅੰਦਰ ਹੰਕਾਰ ਜ਼ਰੂਰ ਆਇਆ ਕਿ ਅਸੀਂ ਇੰਨੀ ਵਾਰੀ 21 ਵਾਰੀ ਫਲਾਣੇ ਥਾਂ ਗਏ। ਕਈ ਕਹਿਣਗੇ ਅਸੀਂ ਤੇ ਫਲਾਣੇ ਥਾਂ ਜਾ ਕੇ ਨਾ 21 ਚੁੱਭੀਆਂ ਲਗਾਈਆਂ ਜੀ, ਸਰੋਵਰ ਦੇ ਵਿੱਚ ਬਰਫ਼ ਬੜੀ ਸੀ, 21 ਚੁੱਭੀਆਂ ਲਗਾ ਦਿੱਤੀਆਂ। ਉਹਨਾਂ ਕੀ ਹੋ ਗਿਆ ਬਈ? ਇੱਕ ਹੰਕਾਰ ਹੀ ਆਇਆ ਕੁਝ ਕਰਨ ਦਾ, ਕੋਈ ਨਿਰੰਕਾਰ ਤੇ ਅੰਦਰ ਨਹੀਂ ਨਾ ਵਸਿਆ। ਸਤਿਗੁਰੂ ਜੀ ਕਹਿੰਦੇ ਲੱਖਾਂ ਤੀਰਥਾਂ ਤੇ ਜਾਓ, ਲੱਖਾਂ ਤੁਸੀਂ ਜਪ ਕਰੋ, ਲੱਖਾਂ ਤਪ ਕਰੋ, ਪਰ ਜੇ ਪ੍ਰਮਾਤਮਾ ਦੇ ਸਿਮਰਨ 'ਚ ਪਿਆਰ 'ਚ ਨਾ ਜੁੜੇ ਤੇ ਗੱਲ ਨਹੀਂ ਬਣਨੀ। ਗੱਲ ਧਰਮ ਜਿਹੜਾ ਹੈ ਜਾਂ ਮਜ਼ਹਬ ਜਿਹੜਾ ਉਹ ਤੇ ਸੀ ਰੱਬ ਨਾਲ ਜੁੜਨ ਦੇ ਲਈ, ਉਹ ਤਾਂ ਜ਼ਿੰਦਗੀ ਅੰਦਰ ਰੱਬ ਬਣਨ ਦੇ ਲਈ ਸੀ। ਜੇ ਜ਼ਿੰਦਗੀ ਅੰਦਰ ਧਰਮ ਨਾਲ ਜੁੜ ਕੇ ਈਰਖਾ, ਹੰਕਾਰ, ਵੈਰ ਵਿਰੋਧੀ ਖੜਾ ਕਰ ਲਿਆ ਤਾਂ ਧਰਮ ਕਾਹਦਾ ਹੋਇਆ? ਮਨੁੱਖਤਾ ਦਾ ਇਤਿਹਾਸ ਪੜੋ, ਅੱਜ ਤੱਕ ਧਰਮ ਦੇ ਨਾਂ ਤੇ ਜਿੰਨਾ ਲੋਕਾਂ ਦਾ ਖੂਨ ਡੁੱਲਿਆ ਹੈ ਉਵੇਂ ਨਹੀਂ ਡੁੱਲਿਆ ਹੋਏਗਾ। ਅੱਜ ਤੱਕ ਧਰਮ ਦੇ ਨਾਂ ਤੇ ਜਿੰਨੇ ਵਾਦ ਹੋਏ ਨੇ, ਮਨੁੱਖਤਾ ਤੇ ਜ਼ੁਲਮ ਹੋਇਆ ਜੋ ਉਹ ਲਿਖਿਆ ਹੀ ਨਹੀਂ ਜਾ ਸਕਦਾ। ਧਰਮ ਦੇ ਨਾਂ ਤੇ ਈਰਖਾ, ਧਰਮ ਦੇ ਨਾਂ ਤੇ ਜ਼ੋਰ ਜ਼ੁਲਮ, ਧਰਮ ਦੇ ਨਾਂ ਤੇ ਧੱਕਾ। ਆਪਣੇ ਮੁਲਕ 'ਚ ਕੀ ਹੋ ਰਿਹਾ? ਦੂਜੇ ਮੱਤ ਦਾ ਬੰਦਾ ਕੋਈ ਗੈਰ ਕੰਮ ਕਰਦਾ ਮਿਲ ਜਾਏ ਜਿਹੜਾ ਸਾਨੂੰ ਪਸੰਦ ਨਹੀਂ, ਕੁੱਟ-ਕੁੱਟ ਕੇ ਮਾਰ ਦਿੰਦੇ, ਕਹਿੰਦੇ ਅਸੀਂ ਬੜੇ ਧਰਮੀ ਆ ਜੀ। ਔਰ ਧਰਮ ਨੇ ਤੇ ਸਮਾਜ ਵਿੱਚ ਸ਼ਾਂਤੀ ਪੈਦਾ ਕਰਨੀ ਸੀ, ਧਰਮ ਨੇ ਤੇ ਲੋਕਾਂ 'ਚ ਪਿਆਰ ਪੈਦਾ ਕਰਨਾ ਸੀ, ਧਰਮ ਨੇ ਤੇ ਲੋਕਾਂ ਦਾ ਡਰ ਕੱਟਣਾ ਸੀ। ਅੱਜ ਬਹੁਤੀ ਦੁਨੀਆ ਡਰੀ ਹੀ ਧਾਰਮਿਕ ਲੋਕਾਂ ਕੋਲੋਂ ਹੈ। ਉਹ ਧਾਰਮਿਕ ਲੋਕਾਂ ਕੋਲੋਂ ਡਰਦੀ, ਪਤਾ ਨਹੀਂ ਕਿਹੜੇ ਵੇਲੇ ਕਟਹਿਰੇ 'ਚ ਖੜੇ ਕਰ ਦੇਣ ਸਾਨੂੰ। ਧਰਮ ਜਿਹੜਾ ਉਹ ਡਰਾਉਣਾ ਬਣਾ ਦਿੱਤਾ, ਧਰਮ ਸਥਾਨਾਂ ਨੂੰ ਥਾਣੇ ਬਣਾ ਕੇ ਰੱਖ ਦਿੱਤੇ। ਥਾਣੇ ਜਿਵੇਂ ਥਾਣੇ ਜਾਣ ਤੋਂ ਨਹੀਂ ਦੁਨੀਆ ਡਰਦੀ ਕਿਤੇ ਸਾਨੂੰ ਕੋਈ ਬੁਲਾਵਾ ਨਾ ਆ ਜਾਏ, ਐਵੇਂ ਧਰਮ ਸਥਾਨਾਂ ਤੋਂ ਤੇ ਧਾਰਮਿਕ ਮੁਖੀਆਂ ਕੋਲ ਡਰ ਲੱਗਣਾ ਸ਼ੁਰੂ ਹੋ ਗਿਆ ਲੋਕਾਂ ਨੂੰ। ਇਹ ਧਰਮ ਨਹੀਂ ਹੈ, ਇਹ ਹੰਕਾਰ ਹੈ। ਇਹ ਧਰਮ ਤੋਂ ਉਲਟ ਅਧਰਮ ਹੈ।
ਧਰਮ ਲੋਕਾਂ ਦੇ ਅੰਦਰੋਂ ਡਰ ਨੂੰ ਕੱਟਦਾ ਹੈ, ਧਰਮ ਲੋਕਾਂ 'ਚ ਪਿਆਰ ਪੈਦਾ ਕਰਦਾ ਹੈ, ਧਰਮ ਲੋਕਾਂ ਦੇ ਅੰਦਰ ਮਨੋਬਲ ਪੈਦਾ ਕਰਦਾ ਹੈ, ਧਰਮ ਲੋਕਾਂ ਦੇ ਅੰਦਰ ਹੀਣ ਭਾਵਨਾ ਪੈਦਾ ਨਹੀਂ ਕਰਦਾ। ਅੱਜ ਤੱਕ ਆਪਣੇ ਮੁਲਕ ਦੇ ਅੰਦਰ ਧਰਮ ਦੇ ਨਾਂ ਤੇ ਲੋਕਾਂ ਦੇ ਅੰਦਰੋਂ ਸਵੈਮਾਨ ਨੂੰ ਖਤਮ ਕੀਤਾ ਗਿਆ, ਹੀਣ ਭਾਵਨਾ ਨੂੰ ਖਤਮ ਕੀਤਾ ਗਿਆ। ਦੋ ਮਾਰਗ ਨੇ ਪ੍ਰਮਾਤਮਾ ਨੂੰ ਮਿਲਣ ਦੇ, ਇੱਕ ਸਿਮਰਨ ਤੇ ਇੱਕ ਸੇਵਾ। ਸਿਮਰਨ ਪ੍ਰਮਾਤਮਾ ਦਾ, ਪ੍ਰਭੂ ਦਾ, ਅੱਲਾਹ ਤਾਲਾ ਦਾ, ਖੁਦਾਵੰਦ ਕਰੀਮ ਦਾ, ਤੇ ਸੇਵਾ ਮਾਨਵਤਾ ਦੀ। ਹੁਣ ਜਿਹੜਾ ਕਹੇ ਕਿ ਮੈਂ ਰੱਬ ਦੀ ਬੰਦਗੀ ਕਰਦਾ ਤੇ ਮਾਨਵਤਾ ਤੇ ਜ਼ੁਲਮ ਕਰੇ, ਤੇ ਕਦੀ ਧਰਮੀ ਹੋ ਹੀ ਨਹੀਂ ਸਕਦਾ। ਰੱਬ ਦੇ ਪਿਆਰ ਵਾਲਾ ਮਨੁੱਖਤਾ ਦੀ ਸੇਵਾ ਕਰਦਾ ਹੈ। ਔਰ ਜਿਹੜਾ ਗੁਰੂ ਨਾਨਕ ਨੇ ਮਾਰਗ ਚਲਾਇਆ ਨਾ, ਸੱਚ ਕੋਟ ਸਤਾਣੀ ਨੀਮ ਦੇ, ਸੱਚ ਤੇ ਆਧਾਰਿਤ ਮਾਰਗ ਹੈ। ਸੱਚ ਇਹ ਹੈ ਕਿ ਮਨੁੱਖਤਾ ਦੀ ਸੇਵਾ ਕਰੋਗੇ, ਦੁਨੀਆ ਤੁਹਾਨੂੰ ਪਿਆਰ ਕਰੇਗਾ। ਮਨੁੱਖਤਾ ਦੀ ਸੇਵਾ ਕਰੋਗੇ, ਰੱਬ ਤੁਹਾਨੂੰ ਪਿਆਰ ਕਰੇਗਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਤੁਸੀਂ ਜੇ ਰੱਬੀ ਪਿਆਰ ਨੂੰ ਮੰਨਣਾ ਹੈ, ਵਾਹਿਗੁਰੂ ਜੀ ਦੀ ਹਜ਼ੂਰੀ ਨੂੰ ਮੰਨਣਾ ਹੈ, ਉਹ ਸੁੱਖ ਮੰਨਣਾ ਹੈ, ਤੇ ਮਾਨਵਤਾ ਦੀ ਸੇਵਾ ਕਰੋ। ਇਹ ਦੋ ਰਸਤੇ ਨੇ ਗੁਰੂ ਨਾਨਕ ਦੇ ਕਰਦੇ, ਸੇਵਾ ਅਤੇ ਸਿਮਰਨ। ਬਾਬਾ ਕਬੀਰ ਸਾਹਿਬ ਜੀ ਵੀ ਉਸ ਤੇ ਆਧਾਰਿਤ ਬਚਨ ਕਹਿ ਰਹੇ ਨੇ। ਭਗਤ ਜੀ ਕਹਿੰਦੇ, ਹਮਰਾ ਚੰਗਰਾ ਰਾਹ ਨਾ ਕੋ, ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਬਈ, ਕਿਸੇ ਨਾਲ ਕੋਈ ਵਾਦ ਵਿਵਾਦ ਨਹੀਂ ਹੈ, ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ। ਅਸੀਂ ਨਾ ਵਰਤ ਰੱਖਦੇ ਹਾਂ। ਦੇਖੋ ਬਾਬਾ ਕਬੀਰ ਸਾਹਿਬ ਜੀ ਨੇ ਨਾ ਕਰਮ ਕਾਂਡਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਵਰਣ ਵੰਡ ਦੀਆਂ। ਬੜੀ ਦਲੇਰੀ ਦੇ ਨਾਲ ਭਗਤ ਜੀ ਨੇ ਬਚਨ ਕਹੇ ਨੇ। ਅਸੀਂ ਵਰਣ ਵੰਡ ਨੂੰ ਨਹੀਂ ਮੰਨਦੇ, ਜਾਤ ਪਾਤ ਨੂੰ ਨਹੀਂ ਮੰਨਦੇ, ਅਸੀਂ ਹੋਰ ਕਿਸੇ ਵਹਿਮ ਭਰਮ ਅੰਧ ਵਿਸ਼ਵਾਸ ਨੂੰ, ਕਰਮ ਕਾਂਡ ਨੂੰ ਬਿਲਕੁਲ ਨਹੀਂ ਮੰਨਦੇ। ਭਗਤ ਜੀ ਕਹਿਣਗੇ, ਜਿੰਨੇ ਕਰਮ ਕਾਂਡ ਨੇ ਤੇ ਲੋਕਾਂ ਨੂੰ ਲੁੱਟਣ ਲਈ ਹੈ, ਇਹ ਲੋਕਾਂ ਨੂੰ ਗੁਲਾਮ ਬਣਾਉਣ ਦੇ ਲਈ। ਇਹ ਬਾਬਾ ਕਬੀਰ ਸਾਹਿਬ ਜੀ ਦਾ ਇਨਕਲਾਬੀ ਵਚਨ ਹੈ। कबीर कागद की ओबरी मस के कर्म को पाठ, पाहन बोरी पृथ्वी पंडित पाड़ी बाट। बाबा कबीर साहब जी कहने लगे ना, कर्म कांडी लोगों ने कागजां दी एक जेल बनाई है, जेल, कैद कोठड़ी, जिथे लोकां दी सुरत नूं काबू कीता जांदा है, कैद कीता जांदा है। देखो ना, मनुख सी धरती दा राजा, पर इस मनुख नूं इन्ना कैदी बना लिया किते ये पत्थरां नूं मत्थे टेकी जांदा है, मिट्टी दीयां ढेरियां नूं मत्थे टेकी जांदा है, पशुआं नूं मत्थे टेकी चलिया जांदा है। ਇਹ ਕੈਦੀ ਮਨੁੱਖ ਦੀ ਪਹਿਚਾਣ ਹੁੰਦੀ ਹੈ। ਮਨੁੱਖ ਦੀ ਸੁਰਤ ਨੂੰ ਗੁਲਾਮ ਬਣਾ ਲਿਆ ਗਿਆ, ਮਾਨਸਿਕ ਤੌਰ ਤੇ ਗੁਲਾਮ ਬਣਾ ਲਿਆ ਗਿਆ ਮਨੁੱਖ ਨੂੰ। ਸਭ ਤੋਂ ਪਹਿਲਾਂ ਮਨੁੱਖ ਦੇ ਅੰਦਰ ਹੀਣ ਭਾਵਨਾ ਪੈਦਾ ਕੀਤੀ ਜਾਂਦੀ ਹੈ, ਤੁਸੀਂ ਮਾੜੇ ਹੋ, ਤੁਸੀਂ ਨਿਕੰਮੇ ਹੋ, ਤੁਹਾਡੇ ਕਰਮ ਬੜੇ ਮਾੜੇ ਨੇ, ਤੁਹਾਨੂੰ ਰੱਬ ਸਜ਼ਾ ਦੇਵੇਗਾ, ਤੁਹਾਨੂੰ ਨਰਕਾਂ ਸਜ਼ਾ ਦੇਵੇਗਾ, ਡਰਾਇਆ ਜਾਂਦਾ ਹੈ ਮਨੁੱਖ ਨੂੰ। ਉਦੋਂ ਬਾਅਦ ਫਿਰ ਉਹਦੇ ਉੱਪਰ ਨਾ ਸੰਗਲ ਪਾਏ ਜਾਂਦੇ। ਕਾਹਦੇ ਸੰਗਲ? ਜੇ ਤੂੰ ਇਹਨਾਂ ਦੁੱਖਾਂ ਤੋਂ ਬਚਣਾ ਇੰਨੀ ਵਾਰੀ ਇੱਥੇ ਨਾ ਲਾ, ਇਹਨਾਂ ਦਾਨ ਦੇ ਦੇ, ਇਹਨੇ ਪਾਠ ਕਰ ਲਾ, ਜੀ ਇਹਨਾਂ ਦੁੱਖਾਂ ਤੋਂ ਬਚਣਾ। ਵੀ ਇੱਕ ਸੰਗਲ ਹੀ ਹੈ, ਇੱਕ ਬੰਧਨ ਹੈ। ਪਾਠ ਤਾਂ ਕਰਨਾ ਸੀ ਗਿਆਨ ਲੈਣ ਦੇ ਲਈ, ਕਰਨਾ ਚਾਹੀਦਾ ਹੈ। परमात्मा का सिमरन तो करना सी, अंदर स्वैमान प्राप्त करने लिए करना चाहिए। पर जो कोई कहे कि इन्हें पाठ कर ला, आ काम तेरा पूरा हो जाएगा, इन्हें पाठ कर ला तेरी लोड़, ये समझो कि संगल पै गया, तुम गुलामी वाल बदलने शुरू हो गए, तुहाडी आजादी सुतंत्रता खत्म हो गई, तुम पदार्थों के गुलाम बने। पदार्थों के लालच चाह के गुरबाणी ये गल कहती है, जो जो कर्म कियो लालच लग। ये गुरु ग्रंथ साहिब जी का बचन, जो जो कर्म कियो लालच लग ते आप बंधायो। जेड़ा भी कम, जेड़ा दर्थ भावें हो जिन्ना मर्जी वधिया हो, जो जो कर्म कीओ लालच लग। जेड़ा काम तुसी लालच वश हो के करोगे, लोभ वश हो के करोगे, त्यों तो तुसी अपने आप नूं बंधनां च बन्नी चले जाओगे, जंजीरां च जकड़दे चले जाओगे, लालच वश हो के। परमात्मा नूं लालच लई चेते कीता ते कोई बंदगी नहीं। जान लब तां किहो नहीं हो के, लब तां कूड़ा नहीं। जे अंदर लालच लैके रब नूं चेते करना है ते ये कूड़ा नहीं है, प्यार नहीं है, व्यापार है। परमात्मा दे प्यार तो बिना परमात्मा मिलना ही नहीं। बाबा कबीर साहब जी कहते, पंडित मुल्ला हमारा झगड़ा रहा ना कोई, पंडित मुल्ला छाड़े दो। साडा कोई किसी नाल कोई वाद विवाद नहीं है, झगड़ा नहीं। हाँ देखो, भगत किसी नाल नहीं झगड़े, गुरु साहब किसी नाल नहीं झगड़े। झगड़ते तो वो लोग ने घर च आके, बाबा कबीर साहब जी नूं घर च ही आके मेहणे दिंदे सन, उन्हां नूं सताउंदे सन। गुरु नानक साहब जी किसी नाल झगड़न लई नहीं गए, दुनिया झगड़ी आके। गुरु हरगोबिंद साहब जी किसी नाल झगड़न लई नहीं गए, लोकां ने सतगुरु जी दे हमले कीते, सतगुरु जी ने टकरा कीता। गुरु गोबिंद सिंह जी किसी नाल झगड़न लई नहीं गए, और उन्हां नाल झगड़न लई बाहरों चढ़ के आए। राजे सन, भावें मुगलिया हुकूमत सी, सतगुरु जी ते चढ़ के आई। उन्हां दा ते झगड़ा ही किसी नाल कोई नहीं है। वो ते सच दे मार्ग ते चलदे ने, लोकां नूं चलाउंदे ने, लोकां नूं ज्ञान दिंदे ने। पर चोर हुंदा ना जिहड़ा चोर, ਉਹਨੂੰ ਚੌਕੀਦਾਰ ਚੰਗਾ ਨਹੀਂ ਲੱਗਦਾ। ਚੋਰ ਸੋਚਦੇ ਚੌਕੀਦਾਰ ਰਾਤ ਨੂੰ ਲੋਕਾਂ ਨੂੰ ਜਗਾਉਂਦਾ, ਚੌਕੀਦਾਰ ਨੂੰ ਮਾਰ ਦੋ।
ਚੌਕੀਦਾਰ ਨੂੰ ਮਾਰ ਦਿਓ, ਕੋਈ ਜਗਾਉਣ ਵਾਲਾ ਨਾ ਹੋਏ, ਦੁਨੀਆ ਨੂੰ ਲੁੱਟਣਾ ਸੌਖਾ ਹੋ ਜਾਏਗਾ। ਧਰਮ ਦੀ ਦੁਨੀਆ ਜਿਹੜੇ ਚੋਰ ਬਿਰਤੀ ਵਾਲੇ ਲੋਕ ਲੜੇ ਨੇ, ਜਿਹੜੇ ਲੋਕਾਂ ਨੂੰ ਗੁਲਾਮ ਬਣਾ ਕੇ ਲੁੱਟਣਾ ਚਾਹੁੰਦੇ ਨੇ, ਲੋਕਾਂ ਦੇ ਉੱਪਰ ਗੁਲਾਮ ਬਣਾ ਕੇ ਰਾਜ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਮਨੁੱਖਤਾ ਨੂੰ ਜਗਾਉਣ ਵਾਲੇ ਲੋਕ ਚੰਗੇ ਨਹੀਂ ਲੱਗਦੇ। ਤੇ ਉਹਨਾਂ ਨੇ ਸਮੇਂ-ਸਮੇਂ ਤੇ ਉਹਨਾਂ ਨੂੰ ਬੜੀਆਂ ਸਜ਼ਾਵਾਂ ਦਿੱਤੀਆਂ। ਬਾਬਾ ਕਬੀਰ ਸਾਹਿਬ ਜੀ ਨੂੰ ਬੜਾ ਟਾਰਚਰ ਕੀਤਾ ਗਿਆ, ਬਾਬਾ ਰਵਿਦਾਸ ਸਾਹਿਬ ਜੀ ਤੇ ਬੜਾ ਜ਼ੁਲਮ ਕੀਤਾ ਗਿਆ, ਭਗਤ ਪ੍ਰਹਿਲਾਦ ਤੇ ਜ਼ੁਲਮ ਕੀਤਾ ਗਿਆ। ਹੋਰ ਦੁਨੀਆ ਦੇ ਜਿੰਨੇ ਹੀ ਸਿਆਣੇ ਲੋਕ ਹੋਏ ਨੇ, ਹਜ਼ਰਤ ਈਸਾ ਸਾਹਿਬ ਜੀ ਦੀ ਗੱਲ, ਹਜ਼ਰਤ ਮੁਹੰਮਦ ਸਾਹਿਬ ਜੀ ਦੀ ਗੱਲ ਲੈ ਲਓ ਤੁਸੀਂ, ਜਿੰਨੇ ਜਾਗਰੂਕ ਲੋਕ ਹੋਏ ਨੇ, ਸਮੇਂ-ਸਮੇਂ ਤੇ ਜਿਨ੍ਹਾਂ ਨੇ ਜਗਾਉਣ ਦਾ ਯਤਨ ਕੀਤਾ, ਉਹਨਾਂ ਦੇ ਉੱਪਰ ਮਨੁੱਖਤਾ ਨੇ ਜ਼ੁਲਮ ਕੀਤੇ। ਔਰ ਧਰਤੀ 'ਚ ਹਰ ਕਿਤੇ ਤੇ ਇਹੀ ਗੱਲ ਹੁੰਦੀ ਹੈ ਕਿ ਜਿੱਥੇ ਵੀ ਜਾਗਰੂਕ ਲੋਕ ਪੈਦਾ ਹੁੰਦੇ ਨੇ, ਜਗਾਉਣ ਵਾਲਿਆਂ ਨੂੰ ਦੁਨੀਆ ਮਾਰਦੀ ਹੈ, ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਖਤਮ ਕਰਨ ਦੇ ਲਈ ਉਹਨਾਂ ਦੇ ਵਿਰੁੱਧ ਇੱਕ ਨਹੀਂ ਕਈ ਹਮਲੇ ਕੀਤੇ ਗਏ। ਗੁਰੂ ਸਾਹਿਬ ਜੀ ਦੇ ਇਨਕਲਾਬ ਵਿੱਚ ਤੇ ਭਗਤਾਂ ਦੇ ਇਨਕਲਾਬ 'ਚ ਇੰਨਾ ਫਰਕ ਹੈ ਕਿ ਗੁਰੂ ਸਾਹਿਬ ਜੀ ਨੇ ਜ਼ਬਰ ਦਾ ਮੁਕਾਬਲਾ ਫਿਰ ਤਾਕਤ ਨਾਲ ਕਰਨ ਦੀ ਗੱਲ ਕਹੀ ਕਿ ਇਹ ਜ਼ਬਰ ਨੂੰ ਸਹਿਣਾ ਨਹੀਂ, ਆਪਾਂ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਹਥਿਆਰਬੰਦ ਇਨਕਲਾਬ ਸ਼ੁਰੂ ਕਰ ਦਿੱਤਾ। ਸਭ ਤੋਂ ਵੱਡੀ ਪ੍ਰਾਪਤੀ ਹੈ ਗੁਰੂ ਸਾਹਿਬ ਜੀ ਦੀ ਇਸ ਪਲੈਨਟ ਤੇ, ਇਸ ਧਰਤੀ ਤੇ, ਕਿ ਉਹਨਾਂ ਨੇ ਧਰਮ ਨੂੰ ਤਾਕਤ ਦੇ ਨਾਲ ਇਸ ਧਰਤੀ ਤੇ ਚਲਾਉਣ ਦੀ ਗੱਲ ਕਹੀ ਕਿ ਧਰਮ ਨੂੰ ਜੇ ਬਚਾਉਣਾ ਹੈ ਤੇ ਵਾੜ ਜ਼ਰੂਰ ਦੇਣੀ ਪਏਗੀ। ਖੇਤ ਨੂੰ ਜੇ ਬਚਾਉਣਾ ਹੈ ਤੇ ਵਾੜ ਦੇਣੀ ਪੈਂਦੀ ਹੈ ਨਾ, ਘਰ ਨੂੰ ਬਚਾਉਣਾ ਤੇ ਤਾਲਾ ਲਾਉਣਾ ਪੈਂਦਾ, ਮਹੱਲੇ ਨੂੰ ਬਚਾਉਣਾ ਚੌਕੀਦਾਰ ਰੱਖਣਾ ਪੈਂਦਾ। ਜੇ ਗਰੀਬਾਂ ਦੀ ਰੱਖਿਆ ਕਰਨੀ ਹੈ, ਗਰੀਬਾਂ ਦੀ ਰੱਖਿਆ ਕਰਨਾ ਹੀ ਧਰਮ ਹੈ। ਜੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਹੈ, ਜੇ ਆਪਣੇ ਸਵੈਮਾਨ ਨੂੰ ਕਾਇਮ ਰੱਖਣਾ ਹੈ, ਫਿਰ ਤੁਹਾਨੂੰ ਹਥਿਆਰਬੰਦ ਹੋਣਾ ਹੀ ਪਏਗਾ। ਫਿਰ ਚੁੱਪ ਕੀਤੇ ਗੱਲ ਨਹੀਂ ਬਹਿਣੀ। ਤਾਕਤ ਦਾ ਮੁਕਾਬਲਾ ਤਾਕਤ ਨਾਲ ਹੋਏਗਾ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਹਮਾਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਭਾਈ, ਅਸੀਂ ਪੰਡਤ ਨੂੰ ਵੀ ਛੱਡਤਾ ਤੇ ਮੁੱਲਾ ਨੂੰ ਵੀ ਛੱਡਤਾ। ਇਹ ਪੰਡਤ ਵਾਲੇ ਕਰਮਕਾਂਡ ਅਸੀਂ ਨਹੀਂ ਕਰਦੇ, ਕਰੀਦੇ ਪੰਡਤ ਕਬੀਰ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਇਹ ਬਾਹਮਣ ਲੋਕਾਂ ਦਾ ਗੁਰੂ ਹੋ ਸਕਦਾ, ਕੰਨਾਂ 'ਚ ਫੂਕਾਂ ਮਾਰ ਕੇ ਕਹੇ ਗੁਰ ਬ੍ਰਾਹਮਣ ਥੀਆ। ਜਨੇਊ ਪਾ ਕੇ ਗੁਰੂ ਨਾਨਕ ਸਾਹਿਬ ਜੀ ਨੇ 9 ਸਾਲ ਦੀ ਉਮਰ 'ਚ ਇਸ ਗੱਲ ਦੀ ਵਿਰੋਧਤਾ ਕਰਤੀ। ਜਦੋਂ ਉਹਨਾਂ ਦੇ ਗਲ 'ਚ ਜਨੇਊ ਪਾਉਣ ਲੱਗੇ, ਸਤਿਗੁਰੂ ਜੀ ਕਹਿਣਗੇ ਮੈਨੂੰ ਲੋੜ ਨਹੀਂ ਹੈ। ਸਤਿਗੁਰੂ ਜੀ ਇੱਥੇ ਜਨੇਊ ਦੀ ਵਿਰੋਧਤਾ ਨਹੀਂ ਕਰ ਰਹੇ, ਜਨੇਊ ਦੀ ਤੇ ਉਹਨਾਂ ਨੇ ਇੱਕ ਥਾਂ ਤੇ ਤਾਰੀਫ ਕੀਤੀ ਕਿ ਜਨੇਊ ਹੈ ਕੀ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ। ਜੇ ਜਨੇਊ ਹੈ ਤੇ ਦੇ ਦੇ। ਦਇਆ ਸੰਤੋਖ, ਦਇਆ ਜਨੇਊ ਦਾ ਅਰਥ ਹੈ ਜਿਹੜਾ ਸਾਡੀ ਜੀ ਆਤਮਾ ਨਾਲ ਜਾਏ, ਉਹ ਜਨੇਊ ਮੈਨੂੰ ਚਾਹੀਦਾ, ਦੇ ਦੇ। ਪਰ ਜਿਹੜਾ ਤੂੰ ਚੌਕੜ ਮੁੱਲ ਅਣਾਇਆ ਬੈ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਆ ਬਾਜ਼ਾਰੋਂ ਧਾਗਾ ਲੈ ਕੇ ਉਹਨੂੰ ਵੱਟ ਕੇ ਤੇ ਤੂੰ 4 ਕੌਡੀਆਂ ਤੋਂ ਧਾਗਾ ਮੇਰੇ ਗਲ 'ਚ ਪਾ ਕੇ ਕੰਜ ਫੂਕ ਮਾਰ ਕੇ ਕਿ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਬਣ ਗਿਆ, ਇਹ ਗੱਲ ਨਹੀਂ ਮੈਂ ਮੰਨਣੀ। ਤੂੰ ਬ੍ਰਾਹਮਣ ਲੋਕਾਂ ਦਾ ਗੁਰੂ ਹੋ ਸਕਦਾ ਹੈ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਦਾ। ਤੂੰ ਦੁਨੀਆ ਦਾ ਉਹਨਾਂ ਅਗਿਆਨੀ ਲੋਕਾਂ ਦਾ ਗੁਰੂ ਹੋ ਸਕਦਾ, ਪਰ ਭਗਤਨ ਦਾ ਗੁਰੂ ਨਾ ਹੈ। ਸਾਡੇ ਨਾਲ ਤੇਰਾ ਕੋਈ ਵਾਸਤਾ ਨਹੀਂ ਹੈ। ਪੰਡਤ ਮੁੱਲਾ ਛਾੜੇ ਦੋ, ਪੰਡਤ ਨੂੰ ਛੱਡ ਦਿੱਤਾ, ਤੇਰੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਮੁੱਲਾ ਨੂੰ ਕਹਿਤਾ ਕਿ ਤੂੰ ਲੋਕਾਂ ਨੂੰ ਇਹ ਵਹਿਮਾਂ ਭਰਮਾਂ 'ਚ ਪਾ ਸਕਦਾ ਹੈ, ਤੂੰ ਲੋਕਾਂ ਨੂੰ ਕੱਟੜਤਾ 'ਚ ਪਾ ਕੇ ਲੜਾ ਸਕਦਾ ਹੈ, ਤੂੰ ਲੋਕਾਂ ਤੇ ਜ਼ੋਰ ਜ਼ੁਲਮ ਕਰ ਸਕਦਾ, ਝੂਠੇ ਫਤਵੇ ਦੇ ਸਕਦਾ ਹੈ, ਪਰ ਸਾਡਾ ਤੇਰੇ ਨਾਲ ਕੋਈ ਵਾਸਤਾ ਨਹੀਂ। ਇਸਲਾਮ ਦੀ ਵਿਰੋਧਤਾ ਨਹੀਂ ਹੈ। ਗੁਰਮਤਿ ਨੇ ਕਿਤੇ ਇਸਲਾਮ ਦੀ ਵਿਰੋਧਤਾ ਨਹੀਂ ਕੀਤੀ, ਗੁਰਮਤਿ ਨੇ ਕਿਤੇ ਕਿਸੇ ਮਤ ਦੀ ਵਿਰੋਧਤਾ ਨਹੀਂ ਕੀਤੀ। ਸਤਿਗੁਰੂ ਜੀ ਨੇ ਤਾਂ ਉਹ ਬੰਦਾ ਜਿਹੜਾ ਸੱਚ ਦੇ ਮਾਰਗ ਤੇ ਚੱਲਣ ਵਾਲਾ ਹੈ, ਭਾਵੇਂ ਉਹ ਮੁਸਲਮਾਨ ਹੈ ਭਾਵੇਂ ਉਹ ਬ੍ਰਾਹਮਣ, ਉਹਨੂੰ ਨਮਸਕਾਰ ਕੀਤੀ ਹੈ। ਗੱਲ ਇੱਥੇ ਉਸ ਪੰਡਤ ਦੀ ਸੋਚ ਦੀ ਹੈ, ਗੱਲ ਇੱਥੇ ਉਸ ਮੁੱਲਾ ਦੀ ਸੋਚ ਦੀ ਹੈ ਜਿਹੜਾ ਕਹਿੰਦਾ ਹੈ ਤੇ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰਦਾ ਕਿ ਮੇਰਾ ਹੀ ਧਰਮ ਠੀਕ ਹੈ, ਬਾਕੀ ਦੁਨੀਆ ਨੂੰ ਮਾਰ ਦਿਓ। ਉਸ ਸੋਚ ਦੀ ਵਿਰੋਧ ਹੈ। ਜਿਹੜਾ ਪੰਡਤ ਕਹਿੰਦਾ ਕਿ ਸਾਡਾ ਮਤ ਹੀ ਠੀਕ ਹੈ, ਬਾਕੀ ਸਾਰੇ ਨੂੰ ਹਿੰਦੂ ਬਣਾ ਲਓ ਤੇ ਬਾਕੀ ਨੂੰ ਪਾਕਿਸਤਾਨ ਭੇਜ ਦਿਓ, ਉਹ ਸੋਚ ਦੀ ਵਿਰੋਧਤਾ ਹੈ। ਇੱਥੇ ਕਿਸੇ ਮਤ ਦੀ ਵਿਰੋਧਤਾ ਨਹੀਂ ਹੈ, ਇੱਥੇ ਉਸ ਸੋਚ ਦੀ ਅਗਿਆਨੀ ਤੇ ਅੰਧ ਵਿਸ਼ਵਾਸੀ ਸੋਚ ਦੀ ਵਿਰੋਧਤਾ ਹੈ ਕਿ ਸਾਡਾ ਤੁਹਾਡੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ। ਤੁਸੀਂ ਸਗੋਂ ਧਰਮ ਦਾ ਨੁਕਸਾਨ ਕੀਤਾ ਹੈ, ਤੁਸੀਂ ਸਮਾਜ ਦਾ ਬੇੜਾ ਗਰਕ ਕੀਤਾ ਹੈ। ਤੇ ਭਗਤ ਜੀ ਨੇ ਕਹਿੰਦੇ ਸਾਡਾ ਮਾਰਗ ਕੀ ਹੈ? ਭਗਤ ਜੀ ਕਿਸ ਮਾਰਗ ਤੇ ਚੱਲਦੇ ਨੇ? ਉਲਟ ਜਾਤ ਕੁਲ ਦੋ ਬਿਸਾਰੀ। ਭਗਤ ਜੀ ਕਿਉਂਕਿ ਜੁਲਾਹੇ ਸਨ, ਉਹ ਖੱਡੀ ਦਾ ਕੰਮ ਕਰਦੇ ਸਨ, ਕੱਪੜੇ ਉਣਦੇ ਸਨ,
ਤੇ ਉਹਨਾਂ ਨੇ ਆਪਣੀ ਬੋਲੀ, ਆਪਣੇ ਜਿਹੜੇ ਬਿੰਬ ਵਰਤੇ ਨੇ ਆਪਣੀ ਬਾਣੀ ਦੇ ਅੰਦਰ ਥਾਂ ਥਾਂ ਤੇ, ਜਿਵੇਂ ਭਗਤ ਰਵਿਦਾਸ ਜੀ ਨੇ ਵਰਤੇ ਨੇ, ਜੋ ਉਹ ਚੰਮ ਦਾ ਕੰਮ ਕਰਦੇ ਸਨ, ਉਹ ਆਪਣੀਆਂ ਗੱਲਾਂ ਵਰਤੀਆਂ ਨੇ। ਇਸੇ ਤਰੀਕੇ ਨਾਲ ਸਾਰੇ ਭਗਤਾਂ ਨੇ, ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਕੋਲ ਗਏ, ਜੇ ਕਿਸਾਨ ਕੋਲ ਗਏ ਤੇ ਕਿਸਾਨ ਦੀ ਬੋਲੀ ਦੀਆਂ ਗੱਲਾਂ ਵਰਤੀਆਂ ਨੇ, ਜੇ ਮੁਸਲਮਾਨ ਕੋਲ ਗਏ ਤੇ ਮੁਸਲਮਾਨਾਂ ਦੀ ਸ਼ਬਦਾਵਲੀ ਵਰਤੀ ਹੈ, ਜੇ ਬ੍ਰਾਹਮਣਾਂ ਕੋਲ, ਹਿੰਦੂਆਂ ਕੋਲ ਗਏ, ਹਿੰਦੂਆਂ ਵਾਲੀ ਸ਼ਬਦਾਵਲੀ ਵਰਤੀ ਹੈ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਦੁਕਾਨਦਾਰ ਨਾਲ ਗੱਲ ਕਰਦੇ, ਦੁਕਾਨਦਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਨੇ। ਇੱਕ ਸਮਝਾਉਣ ਦਾ ਤਰੀਕਾ ਹੁੰਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ। ਬੁਨਤ ਮਹਿਣਾ ਤਾਣਾ ਬਾਣਾ ਨਹੀਂ ਬੁਣਦੇ, ਕੱਪੜਾ ਉਣਦੇ ਨੇ। ਕਹਿਣਗੇ ਸੁਨ ਸਹਿਜ ਮੈਂ। ਸੁਨ ਦਾ ਅਰਥ ਹੁੰਦਾ ਹੈ ਅਫੁਰ, ਜਿੱਥੇ ਕੋਈ ਫੁਰਨਾ, ਸੰਕਲਪ, ਵਿਚਾਰ ਹੀ ਪੈਦਾ ਨਾ ਹੋਏ, ਦੁਨੀਆ ਦਾ ਕੋਈ ਫੁਰਨਾ ਨਾ ਪੈਦਾ ਹੋਏ, ਜਿਹਨੂੰ ਆਪਾਂ ਸੁਨ ਸਮਾਧੀ ਕਹਿੰਦੇ। ਸਹਿਜ ਦਾ ਅਰਥ ਹੁੰਦਾ ਹੈ ਆਤਮਿਕ ਅਡੋਲਤਾ, ਆਤਮਿਕ ਗਿਆਨ, ਅੰਦਰੋਂ ਪੂਰਨ ਤੌਰ ਤੇ ਬੰਦਾ ਜਦੋਂ ਪ੍ਰਕਾਸ਼ਮਾਨ ਹੋ ਜਾਏ, ਸਹਿਜ। ਭਗਤ ਜੀ ਕਹਿੰਦੇ ਸੁਨ ਸਹਿਜ ਮੈਂ ਬੁਨਤ ਹਮਾਰੀ। ਸਾਡੀ ਜਿਹੜੀ ਤਾਣੀ ਬੁਣੀ ਜਾ ਰਹੀ ਹੈ ਨਾ ਭਾਈ, ਜਿਹੜਾ ਅਸੀਂ ਕੱਪੜਾ ਬਣਾ ਰਹੇ ਹਾਂ, ਇੱਥੇ ਬਾਹਰਲੇ ਕੱਪੜੇ ਦੀ ਗੱਲ ਨਹੀਂ ਹੈ, ਇੱਥੇ ਜ਼ਿੰਦਗੀ ਦੀ ਤਾਣੀ ਦੀ ਗੱਲ ਹੈ। ਬਾਹਰਲਾ ਕੱਪੜਾ ਤੇ ਗੁਜ਼ਰਾਨ ਲਈ ਹੈ, ਜ਼ਿੰਦਗੀ ਦਾ ਆਨੰਦ ਮਾਣਨ ਦੇ ਲਈ, ਜ਼ਿੰਦਗੀ ਦਾ ਸੁੱਖ ਮਾਣਨ ਲਈ ਜਿਹੜੀ ਜ਼ਿੰਦਗੀ ਦੀ ਤਾਣੀ ਅਸੀਂ ਬਣਾ ਰਹੇ ਹਾਂ, ਉਣ ਰਹੇ ਹਾਂ। ਯਾਨੀ ਕਿ ਸੁਨ ਸਹਿਜ ਮੈਂ, ਆਤਮਿਕ ਅਡੋਲਤਾ ਚ ਟਿਕ ਕੇ ਉਸ ਅਵਸਥਾ 'ਚ ਪਹੁੰਚ ਕੇ ਜਿੱਥੇ ਕੋਈ ਦੁਨੀਆ ਦਾ ਸੰਕਲਪ ਹੀ ਨਹੀਂ ਹੈ, ਕੋਈ ਇੱਛਾ ਹੀ ਨਹੀਂ ਹੈ, ਕੋਈ ਫੁਰਨਾ ਨਹੀਂ ਹੈ, ਜਿੱਥੇ ਪਹੁੰਚ ਕੇ ਕੇਵਲ ਇੱਕ ਪਰਮਾਤਮਾ ਦਾ ਹੀ ਪਿਆਰ ਹੈ। ਸੁਨ ਸਹਿਜ, ਪਰਮਾਤਮਾ ਤੋਂ ਬਿਨਾਂ ਹੈ ਹੀ ਕੁਝ ਨਹੀਂ, ਜਿੱਥੇ ਹੋਰ ਕੁਝ ਨਹੀਂ ਹੈ। ਕਹਿਣਗੇ ਉਲਟ ਜਾਤ ਕੁਲ ਦੋ ਬਿਸਾਰੀ। ਇਸ ਅਵਸਥਾ 'ਤੇ ਪਹੁੰਚ ਕੇ ਸਾਡੀ ਜਿਹੜੀ ਸੁਰਤ ਹੈ ਉਹ ਮਾਇਆ ਵੱਲੋਂ ਉਲਟ ਗਈ। ਉਲਟ ਜਾਤ ਕੁਲ ਦੋ ਬਿਸਾਰੀ, ਸਾਡੀ ਸੁਰਤ ਮਾਇਆ ਵੱਲੋਂ ਉਲਟ ਗਈ। ਉਵੇਂ ਸਾਡੀ ਸੁਰਤ ਹਰ ਵੇਲੇ ਮਾਇਆ ਵਾਲੇ ਬੰਨੇ ਰਹਿੰਦੀ ਹੈ। ਅਸੀਂ ਰੱਬ ਨਾਲ ਜੁੜੀਏ ਤਾਂ ਵੀ ਮਾਇਆ ਸਾਡੇ ਤੇ ਪ੍ਰਭਾਵ ਪਾਉਂਦੀ ਹੈ। ਅਸੀਂ ਧਰਮ ਕਰਮ ਦੀ ਗੱਲ ਕਰੀਏ, ਤੀਰਥਾਂ ਤੇ ਜਾਈਏ, ਮਾਇਆ ਸਾਨੂੰ ਘੇਰੀ ਫਿਰਦੀ ਹੈ, ਮਾਇਆ ਹੀ ਸਾਡੇ ਤੇ ਆਪਣਾ ਪ੍ਰਭਾਵ ਰੱਖਦੀ ਹੈ। ਇਸ ਮਾਇਆ ਤੋਂ ਬਚਣਾ ਬੜਾ ਔਖਾ ਹੈ। ਭਾਵੇਂ ਬਾਹਰੀ ਤੌਰ ਤੇ ਚਿੱਟੇ ਕੱਪੜੇ ਪਾ ਲਈਏ, ਕੋਈ ਕੱਪੜੇ ਪਾ ਲਈਏ, ਸੁਰਤ ਮਾਇਆ 'ਚ ਹੀ ਲੱਗੀ ਰਹਿੰਦੀ ਹੈ। ਮਾਇਆ ਜਿਹੜੀ ਕਦੀ ਭੁੱਲਦੀ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਡੀ ਤਾਂ ਸੁਰਤ ਇਹੋ ਜਿਹੀ, ਕਬੀਰ ਚੁਗੇ ਚਿਤਾਰੇ ਪੀ ਚੁਗੇ, ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕੂੰਜ ਹੈ ਨਾ, ਚੁਗਦੀ ਹੈ, ਫਿਰ ਚੇਤੇ ਕਰਦੀ ਬੱਚਿਆਂ ਨੂੰ, ਫਿਰ ਚੁਗਦੀ ਹੈ ਦਾਣਾ, ਫਿਰ ਚੇਤੇ ਕਰਦੀ। ਕਹਿਣ ਲੱਗੇ ਜਿਵੇਂ ਕੂੰਜ ਹੈ ਤਿਵੇਂ ਮਨ ਮਾਇਆ ਮਮਤਾ ਰੇ। ਸਾਡਾ ਮਨ ਤਾਂ ਹਰ ਵੇਲੇ ਮਾਇਆ 'ਚ ਹੀ ਲੱਗਾ ਰਹਿੰਦਾ ਹੈ, ਧਰਮ ਕਰਮ ਕਰਦਿਆਂ ਵੀ ਮਾਇਆ 'ਚ ਉਲਝਿਆ ਰਹਿੰਦਾ ਹੈ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੁਣ ਜਦੋਂ ਸੁਨ ਸਹਿਜ ਵਿੱਚ ਸਾਡੀ ਸੁਰਤ ਚਲੀ ਗਈ, ਉੱਥੇ ਜਾ ਕੇ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਗਏ, ਉਲਟ ਜਾਤ, ਸਾਡੇ ਅੰਦਰੋਂ ਸੁਰਤ ਜਿਹੜੀ ਉਲਟ ਗਈ, ਪਲਟ ਗਈ। ਜਾਤ ਕੁਲ ਦੋ ਵਿਸਾਰੀ। ਹੁਣ ਜਾਤ ਤੇ ਕੁਲ ਦੋ ਚੀਜ਼ਾਂ ਦਾ ਬੜਾ ਹੰਕਾਰ ਬੰਦੇ ਨੂੰ, ਮੇਰੀ ਕੁਲ ਬੜੀ ਤਗੜੀ ਹੈ, ਜਾਂ ਮੇਰਾ ਘਰਾਣਾ ਬੜਾ ਤਗੜਾ ਹੈ, ਜਾਂ ਮੈਂ ਬੜੀ ਵੱਡੀ ਜਾਤ ਵਿੱਚੋਂ ਆ। ਜਾਤਾਂ ਦੇ ਨਾਂ ਤੇ ਲੜਾਈਆਂ ਨੇ। ਦੇਖੋ ਇੱਕ ਚਿੜੀਆ ਘਰ ਬਣਾਇਆ ਪਿਆ ਸਮਾਜ ਨੂੰ। ਪਹਿਲਾਂ ਤੇ ਮੁਲਕਾਂ ਦੇ ਨਾਂ ਤੇ ਵੰਡਿਆ ਗਿਆ, ਲਕੀਰਾਂ ਪਾਈਆਂ ਗਈਆਂ। ਉਦੋਂ ਬਾਅਦ ਫਿਰ ਬਰਾਦਰੀਆਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਕਿੰਨੀਆਂ ਵੰਡੀਆਂ ਪਾਈਆਂ। ਇਸ ਮਨੁੱਖ ਨੂੰ ਵੰਡ ਕੇ ਕਿੱਦਾਂ ਕੈਦੀ ਬਣਾਇਆ ਹੋਇਆ ਹੈ। ਕੁਝ ਚਲਾਕ ਲੋਕਾਂ ਨੇ ਮਨੁੱਖੀ ਸਮਾਜ ਨੂੰ ਕਿਵੇਂ ਕੈਦੀ ਬਣਾਇਆ ਹੋਇਆ ਹੈ। ਔਰ ਵਰਣ ਵੰਡ ਦੇ ਨਾਂ ਤੇ ਆਪਣਾ ਬਹੁਤ ਨੁਕਸਾਨ ਹੋਇਆ ਆਪਣੇ ਇਸ ਮੁਲਕ ਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਪ੍ਰਮਾਤਮਾ ਦੇ ਪਿਆਰ ਜੁੜਿਆ, ਸਭ ਤੋਂ ਪਹਿਲਾਂ ਮੇਰੇ ਅੰਦਰੋਂ ਜਾਤ ਦਾ ਹੰਕਾਰ ਹੀ ਖਤਮ ਹੋ ਗਿਆ। ਕਹਿਣ ਲੱਗੇ ਮੈਨੂੰ ਕੋਈ ਜਾਤ ਦਾ ਮਾਣ ਨਹੀਂ ਹੈ, ਕੁਲ ਦਾ ਹੰਕਾਰ ਖਤਮ ਹੋ ਗਿਆ। गुरबाणी कहती जात का गर्व न करो कोई, जात का गर्व न कर मूर्ख गवारा। और मूर्खा जात का कादा हंकार है। एक सेवापंथी महापुरखों की बड़ी प्यारी गाथा मैं पढ़ी। वो चंगे घराने चों खतरी घराने व्यापारी सन, तगड़ा कारोबार सी। उन्हां दे मन च परमात्मा का प्यार जाग पिया ते बचपन तो वैरागी। आखिर एक दिन की होया, वो घर छड़ के ते अपने नगर दे धर्मशाल च गुरुद्वारे जाके बैठ गए। एक दिन ना लभे, दो दिन ना लभे, परिवार नूं चिंता लग गई। आखिर किसी ने कहा तुहाडा मुंडा तां ओह धर्मशाल च बैठा जाके, गुरुद्वारे बैठा जाके। ते बापू सी चंगा मन्निया, पर मन्निया शाहूकार गया, उन्हें जाके उन्हें देखिया एक बने चौंकड़ी मार के बैठा है गुरुद्वारे। जाके कहने को काका तू इत्थे बैठा है? कहने लगा हाँ जी बैठा हाँ।
ਤੂੰ ਇੱਥੇ ਬੈਠਾ ਚੰਗਾ ਲੱਗਦਾ? ਏਡੀ ਉੱਚੀ ਸਾਡੀ ਕੁੱਲ, ਏਡਾ ਵੱਡਾ ਸਾਡਾ ਜਾਤ ਬਰਾਦਰੀ, ਤੂੰ ਇੱਥੇ ਬੈਠਾ ਚੰਗਾ ਲੱਗਦਾ? ਤੇ ਅੱਗੋਂ ਉਹਨਾਂ ਮਹਾਂਪੁਰਖਾਂ ਨੇ ਬੜੀ ਪਿਆਰੀ ਗੱਲ ਕੀ, ਕਹਿਣਗੇ ਬਾਪੂ ਜਿਸ ਜਾਤ ਦਾ ਤੈਨੂੰ ਹੰਕਾਰ ਹੈ ਨਾ, ਇਹ ਤੇ ਜਾਤ ਤੇਰੀ ਖੋਤੇ ਦੇ ਝੁੱਲ ਨਾਲੋਂ ਵੀ ਮਾੜੀ ਹੈ। ਕਹਿਣ ਲੱਗਾ ਉਹ ਕਿਵੇਂ? ਕਹਿਣ ਲੱਗਾ ਆਲਿਆ ਵੀ ਇੱਕ ਦਿਨ ਤੂੰ ਮੈਨੂੰ ਭੇਜਿਆ ਸੀ ਬਾਹਰ ਖੇਤਾਂ 'ਚ ਪਾਣੀ ਲਾਉਣ ਦੇ ਲਈ। ਮੈਂ ਪਾਣੀ ਲਾਉਣ ਗਿਆ ਤੇ ਠੰਡ ਬੜੀ ਲੱਗਦੀ, ਸਿਆਲ ਦਾ ਦਿਨ, ਠੰਡ ਬੜੀ ਲੱਗਦੀ ਸੀ ਮੈਨੂੰ। ਤੇ ਮੈਂ ਠੰਡ ਨੂੰ ਕਿਹਾ ਮੈਨੂੰ ਤੰਗ ਨਾ ਕਰ, ਮੈਂ ਬੜੇ ਵੱਡੇ ਘਰ 'ਚੋਂ ਆ। ਮੈਂ ਠੰਡ ਨੂੰ ਕਿਹਾ ਮੇਰੀ ਕੁੱਲ ਬੜੀ ਤਗੜੀ, ਜਾਤ ਬੜੀ ਤਗੜੀ, ਮੈਨੂੰ ਤੰਗ ਨਾ ਕਰ। ਪਰ ਠੰਡ ਹਟੀ ਨਹੀਂ। ਜਦੋਂ ਠੰਡ ਹਟੀ ਨਹੀਂ, ਕੋਲ ਖੋਤੇ ਦਾ ਝੁੱਲ ਪਿਆ ਸੀ, ਉੱਥੇ ਪਸ਼ੂਆਂ ਵਾਲੇ ਕਮਰੇ 'ਚ ਖੋਤੇ ਦਾ ਝੁੱਲ ਪਿਆ, ਉਹ ਮੈਂ ਲੈ ਲਿਆ। ਠੰਡ ਚਲੀ ਗਈ। ਮੈਂ ਅੰਦਾਜ਼ਾ ਲਾਇਆ ਕਿ ਬਾਪੂ ਜਿਹੜੀ ਤੇਰੀ ਜਾਤ ਮੈਨੂੰ ਠੰਡ ਤੋਂ ਨਹੀਂ ਬਚਾ ਸਕੀ, ਜਮਾਂ ਦੀ ਮਾਰ ਤੋਂ ਕਿਵੇਂ ਬਚਾਏਗੀ? ਤੇਰੀ ਜਾਤ ਦੇ ਖੋਤੇ ਦੇ ਝੁੱਲ ਨਾਲੋਂ ਵੀ ਨਕਮੀ ਹੈ। ਖੋਤੇ ਦੇ ਝੁੱਲ ਨੇ ਜੇ ਨਿੱਘ ਦੇ ਦਿੱਤਾ ਮੈਨੂੰ, ਤੇਰੀ ਜਾਤ ਨੇ ਕਦੋਂ ਨਿੱਘ ਦਿੱਤਾ? ਮੈਨੂੰ ਇਸ ਜਾਤ ਦੀ ਲੋੜ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਜਾਤ ਤੇ ਕੁੱਲ ਦੋਵੇਂ ਤਿਆਗ ਦਿੱਤੀਆਂ। ਮੇਰੀ ਜਾਤ ਤਾਂ ਕੇਵਲ ਇੱਕ ਰੱਬ ਦੇ ਇਨਸਾਨ ਹੈ, ਅਸੀਂ ਆਦਮੀ ਹਾਂ। ਸਿਰਫ ਸਾਡੀ ਜਾਤ ਕੀ ਹੈ? ਅਸੀਂ ਇਨਸਾਨ। ਪਰਮਾਤਮਾ ਨੇ ਆਦਮੀ ਬਣਾਇਆ ਸੀ, ਅਸੀਂ ਹੋਰ ਹੀ ਕੁਝ ਬਣ ਗਏ। ਕੋਈ ਕਹਿੰਦਾ ਮੈਂ ਜੱਟ ਹਾਂ, ਉਹ ਆਦਮੀ ਰਿਹਾ ਹੀ ਨਹੀਂ। ਕੋਈ ਕਹਿੰਦਾ ਮੈਂ ਬ੍ਰਾਹਮਣ ਹਾਂ, ਕੋਈ ਕਹਿੰਦਾ ਮੈਂ ਫਲਾਣਾ ਹਾਂ, ਕੋਈ ਕਹਿੰਦਾ ਮੈਂ ਫਲਾਣਾ ਹਾਂ। ਅਸੀਂ ਬਰਾਦਰੀਆਂ 'ਚ ਵੰਡੇ ਗਏ। ਮਾਫ ਕਰਨਾ, ਸਾਨੂੰ ਸਾਡੇ ਗੁਰੂ ਨੇ ਸਿੱਖ ਬਣਾਇਆ ਸੀ, ਸਿੱਖ। ਤੇ ਅਸੀਂ ਪਤਾ ਗੁਰੂ ਤੋਂ ਸਿਆਣੇ ਬਣ ਗਏ। ਅਸੀਂ ਰਾਮਗੜੀਏ ਸਿੱਖ ਬਣ ਗਏ, ਅਸੀਂ ਜੱਟ ਸਿੱਖ ਬਣ ਗਏ, ਅਸੀਂ ਫਲਾਣੇ ਸਿੱਖ ਬਣ ਗਏ, ਫਲਾਣੇ ਸਿੱਖ ਬਣ ਗਏ, ਫਲਾਣੇ ਬਣ ਗਏ। ਅਸੀਂ ਗੁਰੂ ਤੋਂ ਵੀ ਸਿਆਣੇ ਬਣ ਗਏ। ਗੁਰੂ ਨੇ ਜੋ ਕੁਝ ਬਣਾਇਆ ਉੱਤੇ ਯਕੀਨ ਹੀ ਨਹੀਂ, ਸਾਨੂੰ ਉੱਤੇ ਮਾਣ ਹੀ ਨਹੀਂ। ਅਸੀਂ ਸਿੱਖ ਦੇ ਨਾਲ ਹੋਰ ਹੀ ਇੱਕ ਨਾਲ ਆਪਣੀ ਹੋਰ ਪੂਛ ਲਗਾ ਲਈ ਡੋਬਣ ਦੇ ਲਈ। ਸਾਡੀ ਉਹ ਹਾਲਤ ਹੈ। ਗੁਰਬਾਣੀ 'ਚ ਵੀ ਵਚਨ ਹੈ ਕਿ ਚੂਹਾ ਖੱਡ ਨਾ ਮਾਵੇ, ਤਿੱਕਲ ਬੰਨੇ ਛੱਜ। ਚੂਹੇ ਦੀ ਪੂਛ ਦੇ ਨਾਲ ਛੱਜ ਬੰਨ ਦਿਓ ਤੇ ਉਹ ਖੁੱਡ 'ਚ ਕਿੱਥੇ ਵੜ ਦੇਗਾ? ਹੁਣ ਅਸੀਂ ਆਪਣੀ ਪੂਛ ਦੇ ਨਾਲ ਛੱਜ ਬੰਨ ਲਿਆ ਜਾਤ ਪਾਤ ਦਾ, ਬਰਾਦਰੀਆਂ ਦਾ। ਅਸੀਂ ਬੜੀ ਵੱਡੀ ਜਾਤ ਵਿੱਚੋਂ ਆ, ਔਰ ਜਾਤਾਂ ਦੇ ਨਾਂ ਤੇ ਪਾਲੀਟੀਸ਼ਨਾਂ ਨੇ ਸਾਨੂੰ ਚੰਗਾ ਲੜਾਇਆ, ਲੁੱਟਿਆ। ਜੱਟਾਂ ਦੀਆਂ ਵੋਟਾਂ ਲੈਣ ਦੇ ਲਈ ਜੱਟਾਂ ਨੂੰ ਜਾ ਕੇ, ਜੱਟ ਬੜੇ ਤਗੜੇ ਨੇ। ਜੇ ਸ਼ਹਿਰਾਂ 'ਚ ਆ ਗਏ ਤੇ ਉੱਥੇ ਆ ਕੇ ਸ਼ਹਿਰੀਆਂ ਨੂੰ ਤੂਲ ਦੇਈ ਜਾਣੀ। ਜੇ ਹਿੰਦੂਆਂ 'ਚ ਗਏ ਟੋਪੀ ਪਾ ਕੇ, ਤਿਲਕ ਲਾ ਕੇ ਮੰਦਿਰ ਜਾ ਕੇ ਉਹਨਾਂ ਨੂੰ ਤੂਲ ਦੇਈ ਜਾਣੀ। ਜੇ ਕਿਤੇ ਮਸੀਤ ਵਾਲਿਆਂ ਕੋ ਗਏ ਤੇ ਉਹਨਾਂ ਦੀ ਟੋਪੀ ਪਾ ਕੇ, ਗਲ 'ਚ ਉਹ ਜਿਹਾ ਹਰੇ ਜੇ ਰੰਗ ਦਾ ਕੱਪੜਾ ਪਾ ਕੇ ਉਹਨਾਂ ਨੂੰ ਹਵਾ ਦੇ ਕੇ ਮੂਰਖ ਬਣਾ ਕੇ ਵੋਟਾਂ ਲੈ ਲੀਆਂ। ਇਹ ਬਰਾਦਰੀਆਂ ਦੇ ਨਾਂ ਤੇ, ਮਜ਼ਹਬਾਂ ਦੇ ਨਾਂ ਤੇ, ਧਰਮਾਂ ਦੇ ਨਾਂ ਤੇ ਮਨੁੱਖ ਨੂੰ ਮੂਰਖ ਬਣਾਇਆ ਗਿਆ, ਔਰ ਮੂਰਖ ਬਣਾ ਕੇ ਚੰਗਾ ਕੈਦੀ ਬਣਾਇਆ। ਮਤਲਬ ਸੋਚਣਾ ਕਿ 5 ਸਾਲ ਬਾਅਦ ਜਿਹੜੀ ਇਲੈਕਸ਼ਨ ਆਉਂਦੀ ਤੁਹਾਨੂੰ ਕੁਝ ਦੇਣ ਲਈ ਆਉਂਦੀ ਨਾ, ਇਹ 5 ਸਾਲ ਬਾਅਦ ਨਵੇਂ ਤਰੀਕੇ ਨਾਲ ਮੂਰਖ ਬਣਾਉਣ ਦਾ ਇੱਕ ਤਰੀਕਾ ਹੁੰਦਾ ਹੈ। 5 ਸਾਲ ਬਾਅਦ ਤੁਸੀਂ ਅੰਦਾਜ਼ਾ ਲਾ ਲਓ, 40-50 ਸਾਲ ਸਾਡੀ ਵੀ ਉਮਰ ਹੋ ਗਈ, ਅੱਜ ਤੱਕ ਤੇ ਕੋਈ ਤਰੱਕੀ ਹੋਈ ਨਹੀਂ ਮੁਲਕ ਦੇ ਅੰਦਰ। ਕੋਈ ਸਮਾਜ ਦੀ ਏਕਤਾ ਦੀ ਗੱਲ ਨਹੀਂ ਹੈ, ਕੋਈ ਗੱਲ ਨਹੀਂ ਹੈ। ਇਹ 5 ਸਾਲ ਬਾਅਦ ਸਮਝੌਤਾ ਕੀਤਾ ਕੁਝ ਲੋਕਾਂ ਨੇ, ਕੁਝ ਕੁ ਲੋਕ ਨੇ ਇਸ ਮੁਲਕ ਦੇ ਅੰਦਰ ਜਿਹੜੇ ਮਾਨਵਤਾ ਨੂੰ, ਕਿਰਤੀ ਲੋਕਾਂ ਨੂੰ ਲੁੱਟ ਰਹੇ ਨੇ। ਉਹ ਵਾਰੀਆਂ ਬੰਨੀਆਂ ਹੋਈਆਂ ਨੇ ਉਹਨਾਂ ਨੇ। ਜਿਹੜਾ ਜ਼ਿਆਦਾ ਚਲਾਕੀ ਦੇ ਨਾਲ ਮੂਰਖ ਬਣਾ ਲੇ ਜਲਦੀ, ਉਹ ਅੱਗੇ ਆ ਜਾਂਦਾ 5 ਸਾਲ ਹੀ। ਫਿਰ ਕਹਿੰਦੇ ਚੱਲ 5 ਸਾਲ ਬਾਅਦ ਸਾਡੀ ਵਾਰੀ ਆ ਜਾਏਗੀ। ਤੁਸੀਂ ਇਮਾਨਦਾਰੀ ਨਾਲ ਦੇਖੋ, ਇੱਕ ਪਾਰਟੀ ਦਾ ਬੰਦਾ ਬੇਈਮਾਨ ਹੈ, ਦੂਜੀ ਪਾਰਟੀ ਆ ਕੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੀ? ਕਿਉਂਕਿ ਉਹਨਾਂ ਨੇ ਵੀ ਤਾਂ ਬੇਈਮਾਨੀ ਕਰਨੀ ਹੈ, ਫਿਰ ਉਹਨਾਂ ਤੇ ਹੋਏਗੀ। ਆਪਣੀ ਸਟੇਟ ਦਾ ਹੀ ਤੁਸੀਂ ਲੈ ਲਓ। ਕਹਿੰਦੇ ਜੀ ਅਕਾਲੀ ਚੋਰ ਨੇ ਤੇ ਕਾਂਗਰਸੀਆਂ ਨੇ ਕਿਹੜਾ ਉਹਨਾਂ ਨੂੰ ਨੰਬਰ ਦੇ ਦਿੱਤਾ? ਕਿਉਂਕਿ ਇਹ ਵੀ ਚੋਰ ਹੀ ਨੇ। ਇਸ ਕਰਕੇ ਇਹ ਸਿਰਫ 5 ਸਾਲ ਬਾਅਦ ਬੜੇ ਸੁਚੱਜੇ ਤਰੀਕੇ ਨਾਲ ਮੂਰਖ ਬਣਾਇਆ ਜਾਂਦਾ ਹੈ ਸਮਾਜ ਨੂੰ, ਲੋਕਾਂ ਨੂੰ ਵੋਟਾਂ ਲੈ ਕੇ। ਫਿਰ 5 ਸਾਲ ਬਾਅਦ ਉਹ ਮੌਜਾਂ ਮਾਣਦੇ ਨੇ। ਦੇਖੋ ਇਹ ਪੁਲਿਸ ਤਾਂ ਲੋਕਾਂ ਲਈ ਸੀ, ਹੁਣ ਪੁਲਿਸ ਉਹਨਾਂ ਦੀ ਰੱਖਿਆ ਕਰਦੀ ਹੈ। ਜਿਹੜੇ ਚੁਣੇ ਨੇ ਲੋਕਾਂ ਨੂੰ ਸੰਭਾਲਣ ਲਈ, ਉਹਨਾਂ ਦੀ ਰੱਖਿਆ ਕਰਦੀ ਤੇ ਲੋਕਾਂ ਨੂੰ ਕੁੱਟਦੀ ਹੈ। ਇਹ ਰਾਜ ਹੈ ਸਾਡਾ, ਇਹ ਸਾਡਾ ਜੀ ਵਿਕਾਸ ਹੈ। ਪੁਲਿਸ ਲੋਕਾਂ ਲਈ ਸੀ, ਪਰ ਪੁਲਿਸ ਲੋਕਾਂ ਨੂੰ ਕੁੱਟਣ ਲਈ ਵਰਤਣੀ ਸ਼ੁਰੂ ਕਰਤੀ, ਤੇ ਜਿਹੜੇ ਕੁੱਟਦੇ ਨੇ, ਲੁੱਟਦੇ ਨੇ, ਉਹਨਾਂ ਨੂੰ ਬਚਾਉਣ ਲਈ ਵਰਤਣੀ ਸ਼ੁਰੂ ਕਰ ਦਿੱਤੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਲਟ ਜਾਤ ਕੁਲ ਦੋ ਬਸਾਰੀ। ਸਭ ਤੋਂ ਪਹਿਲਾਂ ਮੈਂ ਇਹ ਜਾਤ, ਇਹ ਕੁਲ ਦੋਵੇਂ ਭੁਲਾ ਦਿੱਤੀਆਂ। ਇਹ ਕੋਈ ਮੇਰੀ ਬਾਹਰਲੀ ਜਾਤ ਪਾਤ ਨਹੀਂ, ਮੈਂ ਇੱਕ ਇਨਸਾਨ ਹਾਂ। ਅਸੀਂ ਮਨੁੱਖ ਹਾਂ। ਜਦੋਂ ਅਸੀਂ ਮਨੁੱਖ ਬਣ ਕੇ ਵਿਚਰਾਂਗੇ, ਇਹ ਗੱਲ ਚੇਤੇ ਰੱਖਣਾ, ਜਦੋਂ ਪੋਲੀਟੀਸ਼ੀਅਨ ਪਾਰਟੀਆਂ ਚੰਗੇ ਇਨਸਾਨਾਂ ਦੀ ਚੋਣ ਕਰਨਗੀਆਂ ਨਾ, ਜਾਂ ਤੁਸੀਂ ਚੰਗੇ ਲੋਕਾਂ ਨੂੰ ਵੋਟ ਦਿਓਗੇ, ਚੰਗੇ ਲੋਕਾਂ ਨੂੰ, ਪਾਰਟੀਆਂ ਨੂੰ ਨਹੀਂ। ਜਦੋਂ ਤੁਸੀਂ ਮਨੁੱਖਾਂ ਨੂੰ, ਚੰਗੇ ਲੋਕਾਂ ਨੂੰ ਵੋਟ ਦਿਓਗੇ, ਉਦੋਂ ਤੁਸੀਂ ਜਿੱਤੋਗੇ, ਉਦੋਂ ਤੁਹਾਡਾ ਸਮਾਜ ਵਧੀਆ ਬਣੇਗਾ। ਅਸੀਂ ਚੰਗੇ ਲੋਕਾਂ ਨੂੰ ਵੋਟ ਨਹੀਂ ਦਿੰਦੇ, ਅਸੀਂ ਪਾਰਟੀਆਂ ਨੂੰ ਵੋਟ ਦਿੰਦੇ, ਅਸੀਂ ਧੜਿਆਂ ਨੂੰ ਵੋਟ ਦਿੰਦੇ। ਸਾਡੇ ਦੁੱਖਾਂ ਦਾ ਕਾਰਨ ਇਹ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਲਟ ਜਾਤ ਕੁਲ ਦੋ ਵਿਸਾਰੀ। ਮੇਰੀ ਬਿਰਤੀ ਪਲਟ ਗਈ ਮਾਇਆ ਵੱਲੋਂ।
ਕਿਉਂਕਿ ਅਸੀਂ ਜਾਤ ਕੁੱਲ ਦੇ ਚੱਕਰ ਚ ਉਦੋਂ ਪੈਂਦੇ ਜਦੋਂ ਸਾਨੂੰ ਮਾਇਆ ਦਾ ਲਾਲਚ ਹੁੰਦਾ ਹੈ, ਕੰਮਾਂ ਕਾਰਾਂ ਦਾ ਲਾਲਚ ਹੁੰਦਾ ਹੈ। ਚੱਲ ਸਾਡੀ ਬਰਾਦਰੀ ਦਾ ਬੰਦਾ ਹੈ, ਸਾਡੇ ਧੜੇ ਦਾ ਬੰਦਾ ਹੈ, ਸਾਡੀ ਪਾਰਟੀ ਦਾ ਬੰਦਾ ਹੈ। ਭਗਤ ਜੀ ਕਹਿੰਦੇ ਦੋਵੇਂ ਭੁਲਾ ਦਿੱਤੀਆਂ ਗੱਲਾਂ, ਨਾ ਕੋਈ ਜਾਤ ਦਾ ਹੰਕਾਰ ਨਾ ਕੋਈ ਕੁੱਲ ਦਾ ਹੰਕਾਰ, ਦੋਵੇਂ ਗੱਲਾਂ ਭੁਲਾ ਦਿੱਤੀਆਂ। ਹੁਣ ਸੁਣ ਸਹਿਜ ਮੈਂ ਬੁਨਤ ਹਮਾਰੀ, ਸੁਣ ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਨਹੀਂ, ਕੋਈ ਸੰਕਲਪ ਨਹੀਂ, ਕੋਈ ਕਿਸੇ ਤਰ੍ਹਾਂ ਦੀ ਡਿਜ਼ਾਇਰ ਹੀ ਨਹੀਂ ਹੈ, ਇੱਛਾ ਹੀ ਨਹੀਂ ਹੈ, ਜਿੱਥੇ ਜਾ ਕੇ ਐਨ ਅੰਦਰੋਂ ਜਾਗਰਤੀ ਹੈ ਕਿ ਮੇਰੀ ਡਿਊਟੀ ਕੀ ਹੈ। ਸਹਿਜ ਦਾ ਅਰਥ ਹੈ ਅੰਦਰੋਂ ਜਾਗਰਤ ਹੋ ਜਾਣਾ, ਅਵੇਅਰ ਹੋ ਜਾਣਾ। ਮੈਂ ਧਰਤੀ ਤੇ ਕੀ ਲੈਣ ਲਈ ਆਇਆ, ਮੇਰਾ ਸਮਾਜ ਪ੍ਰਤੀ ਕੀ ਫਰਜ਼ ਹੈ, ਮੇਰਾ ਆਪਣੇ ਮੁਲਕ ਜਾਂ ਇਸ ਧਰਤੀ ਦੇ ਲੋਕਾਂ ਪ੍ਰਤੀ ਕੀ ਫਰਜ਼ ਹੈ। ਇਹ ਹੈ ਅੰਦਰੋਂ ਜਦੋਂ ਸਹਿਜ ਵਿੱਚ ਬੰਦਾ ਚਲਿਆ ਜਾਏ। ਹਮਰਾ ਝਗੜਾ ਰਹਾ ਨਾ ਕੋ, ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ। ਪੰਡਤ ਮੁੱਲਾ ਛਾੜੇ ਦੋ, ਅਸੀਂ ਪੰਡਤ ਨੂੰ ਵੀ ਛੱਡਤਾ ਤੇ ਮੁੱਲਾ ਨੂੰ ਵੀ ਛੱਡਤਾ। ਨਾ ਪੰਡਤ ਦੇ ਕਰਮ ਕਾਂਡ ਮੰਨਦੇ ਆ, ਨਾ ਪੰਡਤ ਤੋਂ ਅਸੀਂ ਡਰਦੇ ਆ। ਪੰਡਤ ਨੂੰ ਤੇ ਬਾਬਾ ਕਬੀਰ ਸਾਹਿਬ ਜੀ ਨੇ ਚੰਗਾ ਵੰਗਾਰਿਆ ਕਿ ਤੂੰ ਕਹਿੰਦਾ ਮੈਂ ਬੜਾ ਉੱਚਾ, ਬਾਕੀ ਨੀਵੇਂ ਨੇ, ਤੂੰ ਕਿਹੜਾ ਰੱਬ ਤੋਂ ਡਿੱਗਿਆ ਬਈ, ਤੂੰ ਕੋ ਆਕਾਸ਼ ਤੋਂ ਡਿੱਗਿਆ ਹੈ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੀ ਨਹੀਂ ਆਇਆ। ਜੇ ਤੂੰ ਬ੍ਰਾਹਮਣ ਹੈ ਤੇ ਤੂੰ ਕਿਹੜਾ ਮਾਤਾ ਦੇ ਉਦਰ ਤੋਂ ਨਹੀਂ ਜੰਮਿਆ, ਤੂੰ ਆਕਾਸ਼ ਤੋਂ ਤਾਂ ਨਹੀਂ ਡਿੱਗਿਆ, ਆਨ ਬਾਟ ਕਾਹੇ ਨਹੀਂ ਆਇਆ। ਹੋਰ ਕਿਸੇ ਤਰੀਕੇ ਨਾਲ ਕਿਉਂ ਨਹੀਂ ਤੂੰ ਧਰਤੀ ਤੇ ਆਇਆ ਬਈ, ਆਕਾਸ਼ ਤੋਂ ਉੱਡ ਕੇ ਆ ਜਾਂਦਾ ਤੂੰ। ਜੋ ਤੂੰ ਬ੍ਰਾਹਮਣ ब्राह्मणी जाया तो आन बाट काहे नहीं आया। तो हम कत ब्रह्म तुम कत ब्राह्मण हम कत सूद हम कत लोहू तुम कत दूध। तेरे विच किहड़ा भी दुध भरिया, तू कहना मैं ब्राह्मण है ते सानू तू कहना सूद, साडे च खून है, तेरे च कोई दुध, तेरे च भी खून है, साडे च भी खून है कि ते रब दे बंदे आपां। पंडित मुल्ला छाड़े दो, पंडित मुल्ला दे जिहड़े वहम भरम कर्म कांड अज्ञान सब कुछ छड़ दिता सी, इको एक मार्ग ले लिया, वह है परमात्मा दे सिमरन दा मार्ग। भगत जी कहंदे बुन बुन आप आप पहरावो, क्योंकि भगत जी कपड़ा बुनते ने, कपड़ा बनाते ने। इत्थे उन्होंने ने कहा सी सुनत सहज में बुनत हमारी, सुन ते सहज अवस्था च पहुंच के असीं जिंदगी दा कपड़ा बुन रहे हैं, एक किरदार दी सिरजना कर रहे हैं। कह लगे हुण ये जो कुछ असीं कर रहे बुन बुन आप आप पहरावो, मैं ये अपना कपड़ा बुन के आप ही पहन रहा। भाव जो तुसीं जिंदगी च कर्म करोगे ना, वो भावें चंगा है ते भावें माड़ा, वो तुहानूं ही उन्हें सुख जां दुख देना है। जो तुसी करोगे, एक समझो कि कपड़ा ही बुन रहे हो तुसी, जो भी तुसी कर रहे हो वो अपने लिए कर रहे हो। जे तुसी माड़े कम्मां करोगे तो माड़े कम्मां दा दुख तुहानूं आप भोगना पैना है। जे चंगे कम करोगे चंगे कम्मां दा सुख तुहानूं मिलना है। तुहानूं सुख किसी ने नहीं देना, तुहानूं दुख भी कोई नहीं दे सकता। दुख जां सुखी होना तुहाडे अपने हथ विच है। ये ते तुहाडी सोच है कि तुसीं दुखी होना कि सुखी होना, जां दुखां नूं अलामे देई चले जाने ने। गुरबाणी कहंदी दद्दे दोष ना देहो किसे दोष कर्मा अपने। बाबा कबीर साहब जी कहंदे बुन बुन आप आप पहरावो, ये जिहड़ा कपड़ा मैं बना रहा ना, जां जिंदगी दे जिहड़े कर्म कर रहा, ये कपड़ा मैं आप ही पहन रहा, इहदा सुख मैनूं आप मिल रहा है। भाव जो कर्म मैं इस अवस्था च पहुंच के कर रहा हाँ, ये मेरे अपने लिए ने, और जह नहीं आप तहां होएगा। हुण मैं परमात्मा दे प्यार च जुड़ के उत्थे पहुंच गया, जह नहीं आप, जिथे आपां भाव नहीं रहिंदा, जिथे हंकार नहीं रहिंदा, जिथे हौवे नहीं रहिंदी, जिथे अंदरों मन दी मत मर जांदी, जह नहीं आप, जिथे मैं रह ही नहीं जांदी, जिथे जाके बंदा कहंदा मेरा मुझ में किछ नहीं, जो किछ है सो तेरा। कहने कि मैं उस अवस्था च पहुंच गया, मेरी सुरत उत्थे पहुंच गई, जह नहीं आप, जिथे मैं मेरी रही नहीं है तहां होएगा। मैं उत्थे बैठ के परमात्मा दे गुण गा रहे हैं, भाव के अहंकार तो रहत हो गए, जिथे मैं मेरी खत्म हो गई, जिथे मैनू सारे पासे हुण परमात्मा नजर आ रहे, मैं इत्थे बैठ के परमात्मा दे गुण गा रहा, मेरी सुरत इत्थे पहुंच गई है, इवें मैं परमात्मा दी कीर्ति कर रहा। पंडित मुल्ला जो लिख दिया, आ जो कुछ पंडित ने लिखिया कागजां ते जो कुछ मुल्ला ने लिखिया। मैं बेनती की सी, भावें भगत साहबान ने भावें गुरु साहबान ने, इन्हां ने किते इस्लाम की विरोधता नहीं की, इन्हां ने किते हिंदू जां सनातन मत जां किसी होर मत की विरोधता नहीं की। जिहड़ा किसी की विरोधता करे वो आप कदी चंगा हुंदा ही नहीं है, दूजे की विरोधता करने वाला कदी चंगा नहीं हुंदा, किते विरोधता नहीं की। और भगतां ने भी इस्लाम मत दीयां बड़ियां उदाहरणां दित्तियां ने,
ਗੁਰੂ ਸਾਹਿਬਾਨ ਨੇ ਵੀ ਮੁਸਲਮਾਨ ਦੀ ਵਡਿਆਈ ਕੀਤੀ, ਤਾਰੀਫ ਕੀਤੀ, ਬ੍ਰਾਹਮਣ ਦੀ ਤਾਰੀਫ ਕੀਤੀ। ਜੇ ਉਹ ਬ੍ਰਾਹਮਣ ਵਿੱਚ ਲਿਵਲੀਨ ਹੈ, ਜੋ ਬ੍ਰਹਮ ਦੀ ਗੱਲ ਕਰਦਾ ਹੈ, ਜੇ ਚੌਂ ਵਰਣਾ ਕੋ ਦੇ ਉਪਦੇਸ਼ ਉਸ ਪੰਡਤ ਕੋ ਸਦਾ ਦੇ, ਜੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਦਾ ਤੇ ਉਸ ਨੂੰ ਤੇ ਨਮਸਕਾਰ ਕੀਤੀ ਸਤਿਗੁਰੂ ਜੀ ਨੇ। ਪਰ ਜਦੋਂ ਕੋਈ ਧਰਮ ਦੇ ਨਾਂ ਤੇ ਇਹੋ ਜੀ ਸੋਚ ਪ੍ਰਚਾਰਦਾ ਹੈ ਕਿ ਲੋਕਾਂ ਦੇ ਵਿੱਚ ਵੰਡੀਆਂ ਪਾਉਂਦਾ ਹੈ, ਧਰਮ ਦੇ ਨਾਂ ਤੇ ਇਹੋ ਜੀ ਸੋਚ ਪ੍ਰਚਾਰਦਾ ਹੈ ਕਿ ਲੋਕਾਂ ਨੂੰ ਅਗਿਆਨਤਾ ਚ, ਕਰਮ ਕਾਂਡਾਂ ਚ, ਅੰਧ ਵਿਸ਼ਵਾਸ ਵਿੱਚ ਰੱਖਦਾ ਹੈ, ਹਨੇਰੇ ਚ ਰੱਖਦਾ ਹੈ। ਧਰਮ ਤੇ ਲੋਕਾਂ ਨੂੰ ਚਾਨਣ ਦੇਣਾ, ਧਰਮ ਤੇ ਲੋਕਾਂ ਚ ਜਾਗਰਤੀ ਪੈਦਾ ਕਰਨੀ, ਧਰਮ ਤੇ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਪਸਰੀਆਂ ਉਹਨਾਂ ਨੂੰ ਦੂਰ ਕਰਨ ਲਈ ਸੰਘਰਸ਼ ਕਰਨਾ ਜਾਂ ਉਹਨਾਂ ਬੁਰਾਈਆਂ ਦੀ ਵਿਰੋਧਤਾ ਕਰਨੀ। ਧਰਮ ਤੇ ਗਰੀਬਾਂ ਦੀ ਬਾਹ ਫੜਨਾ, ਧਰਮ ਤੇ ਹੈ ਗਰੀਬਾਂ ਦੀ ਮਦਦ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਧਰਮ ਤੇ ਸਿਖਾਉਂਦਾ ਹੈ। ਪਰ ਕੋਈ ਹੁਣ ਧਰਮ ਦੇ ਨਾਂ ਤੇ ਦੂਜੇ ਤੇ ਜ਼ੋਰ ਜ਼ੁਲਮ ਕਰੇ, ਧੱਕਾ ਕਰੇ ਕਿ ਮੇਰਾ ਹੀ ਧਰਮ ਠੀਕ ਹੈ, ਤੈਨੂੰ ਮੈਂ ਮਾਰ ਦੇਵਾਂਗਾ, ਉਸ ਸੋਚ ਦੀ ਵਿਰੋਧਤਾ ਕੀਤੀ ਭਗਤ ਜੀ ਨੇ ਔਰ ਗੁਰੂ ਸਾਹਿਬਾਨ ਨੇ। ਕਹਿਣ ਲੱਗੇ ਆਹ ਜਿਹੜੀਆਂ ਗੱਲਾਂ ਪੰਡਤ ਨੇ ਲਿਖੀਆਂ ਨਾ, ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ, ਮੈਨੂੰ ਛੱਡ ਦੇਣਾ। ਪੰਡਤ ਮੁੱਲਾ ਜੋ ਲਿਖਦੀ ਆ, ਜੋ ਕੁਝ ਪੰਡਤ ਨੇ ਲਿਖਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਦੇ ਲਈ, ਲੋਕਾਂ ਤੇ ਜ਼ੋਰ ਜ਼ੁਲਮ ਕਰਨ ਦੇ ਲਈ, ਜੋ ਕੁਝ ਮੁੱਲਾ ਨੇ ਲਿਖਿਆ, ਜੋ ਮੁੱਲਾ ਵੱਡੀ ਲੈ ਕੇ ਲੋਕਾਂ ਦੀ ਹੱਕ ਗਵਾਉਂਦਾ, ਫਤਵੇ ਦਿੰਦਾ, ਜੋ ਕੁਝ ਮੁੱਲਾ ਨੇ ਲੋਕਾਂ 'ਚ ਅਗਿਆਨਤਾ ਪ੍ਰਚਾਰੀ ਹੈ, ਧਰਮ ਦੇ ਨਾਂ ਤੇ ਈਰਖਾ ਪ੍ਰਚਾਰੀ ਹੈ, ਨਫ਼ਰਤ ਪ੍ਰਚਾਰੀ ਹੋਈ ਹੈ, ਇਹ ਜੋ ਕੁਝ ਲਿਖਿਆ ਛਾੜ ਚਲੇ ਹਮ ਕਛੂ ਨਾ ਲਿਆ, ਅਸੀਂ ਇਹ ਸਭ ਕੁਝ ਛੱਡ ਦਿੱਤਾ, ਇਹਨਾਂ ਚੀਜ਼ਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ। ਹੁਣ ਧਰਮ ਸੀ ਪਰਮਾਤਮਾ ਦੀ ਪਿਆਰ 'ਚ ਜੁੜਨ ਦੇ ਲਈ। ਜਦੋਂ ਵੀ ਕੋਈ ਬੰਦਾ ਧਰਮ ਨਾਲ ਜੁੜਦਾ ਹੈ ਨਾ, ਉਹਦਾ ਅਰਥ ਇਹ ਹੁੰਦਾ ਕਿ ਚਲੋ ਰੱਬ ਵਾਲੇ ਬੰਨੇ ਲੱਗਦੇ ਆਪਾਂ, ਇਹੀ ਅਰਥ ਹੈ ਨਾ। ਭਾਵੇਂ ਕੋਈ ਵੀ ਧਰਮ ਚੱਲ ਰਿਹਾ ਹੈ ਜਾਂ ਆਪਣੀ ਮੁਲਕ ਦੇ ਅੰਦਰ ਕਈ ਤਰ੍ਹਾਂ ਦੇ ਮਜਹਬ ਦੇ ਨਾਂ ਤੇ ਪੰਥ ਚੱਲ ਰਹੇ ਨੇ, ਕਈ ਮਾਰਗ ਚੱਲ ਰਹੇ ਨੇ, ਸ਼ੁਰੂਆਤ ਇੱਥੋਂ ਹੀ ਹੁੰਦੀ ਕਿ ਚਲੋ ਰੱਬ ਵਾਲੇ ਬੰਨੇ ਆਪਾਂ ਲੱਗਦੇ ਹਾਂ, ਰੱਬ ਦੇ ਨਾਲ ਜੁੜਨੇ, ਸ਼ੁਰੂਆਤ ਇੱਥੋਂ ਹੁੰਦੀ ਹੈ। ਉਹ ਭਾਵੇਂ ਕੋਈ ਵੀ ਮਾਰਗ ਹੈ, ਪਰ ਹੁੰਦਾ ਕਿ ਇਹ ਬੰਦਾ ਤੁਰ ਪੈਂਦਾ ਹੈ ਇਮੋਸ਼ਨਲ ਹੋ ਕੇ ਕਿ ਰੱਬ ਦਾ ਹੀ ਪੰਥ ਹੈ, ਰੱਬ ਨਾਲ ਹੀ ਜੁੜਨਾ ਹੈ, ਰੱਬ ਦੀ ਗੱਲ ਹੀ ਕਰਨੀ ਹੈ। ਗੱਲ ਰੱਬ ਤੋਂ ਸ਼ੁਰੂ ਕੀਤੀ ਜਾਂਦੀ ਹੈ, ਪਰ ਰੱਬ ਦੇ ਨਾਂ ਤੇ ਮਨੁੱਖ ਨੂੰ ਗੁਲਾਮ ਬਣਾ ਲਿਆ ਜਾਂਦਾ ਹੈ। ਮਨੁੱਖ ਦੇ ਅੰਦਰ ਫਿਰ ਨਫ਼ਰਤ ਭਰੀ ਜਾਂਦੀ ਕਿ ਜਿਸ ਮਾਰਗ ਤੇ ਜੂ ਚੱਲ ਰਿਹਾ ਇਹ ਵਧੀਆ, ਬਾਕੀ ਤੇ ਐਵੇਂ ਹੀ ਨੇ, ਬਾਕੀਆਂ ਨੂੰ ਹੁਣ ਖਤਮ ਕਰਨਾ। ਰੱਬ ਦੀ ਗੱਲ ਕਰਕੇ ਮਨੁੱਖ ਦੇ ਅੰਦਰ ਨਫ਼ਰਤ ਭਰੀ ਜਾਂਦੀ ਹੈ, ਮਨੁੱਖ ਦੇ ਅੰਦਰ ਹੰਕਾਰ ਭਰਿਆ ਜਾਂਦਾ ਹੈ, ਮਨੁੱਖ ਦੇ ਅੰਦਰ ਹੀਣ ਭਾਵਨਾ ਭਰੀ ਜਾਂਦੀ ਹੈ ਕਿ ਜੇ ਤੂੰ ਇਸ ਥਾਂ ਤੇ ਰਹੇਗਾ ਤਾਂ ਹੀ ਬਚ ਸਕੇਗਾ, ਨਹੀਂ ਤੇ ਤੇਰਾ ਤੇ ਬੇੜਾ ਗਰਕ ਹੋ ਜਾਣਾ, ਤੂੰ ਤੇ ਨਰਕਾਂ 'ਚ ਜਾਏਗਾ, ਤੂੰ ਤੇ ਦੋਜ਼ਖ 'ਚ ਜਾਏਗਾ। ਜਿਸ ਥਾਂ ਤੇ ਰਹੇਗਾ ਤੇ ਤੈਨੂੰ ਤੇ ਸਵਰਗ ਮਿਲ ਜਾਏਗਾ, ਤੈਨੂੰ ਬੇਇੱਜ਼ਤ ਮਿਲ ਜਾਏਗੀ। ਮਨੁੱਖ ਨੂੰ ਗੁਲਾਮ ਬਣਾ ਲਿਆ ਜਾਂਦਾ ਹੈ, ਧਰਮ ਦੇ ਨਾਂ ਤੇ ਮਨੁੱਖ ਨੂੰ ਗੁਲਾਮ ਬਣਾ ਲਿਆ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਗੱਲਾਂ ਛੱਡ ਦਿੱਤੀਆਂ ਅਸੀਂ ਕੋਈ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਦੇ। ਧਰਮ ਗੁਲਾਮੀ ਜੇ ਦਿੰਦਾ ਤੇ ਉਹ ਧਰਮ ਹੀ ਨਹੀਂ ਹੈ। ਜੇ ਧਰਮ ਮਨੁੱਖ ਨੂੰ ਮਾਨਸਿਕ ਤੌਰ ਤੇ ਹੀਣ ਭਾਵਨਾ ਪੈਦਾ ਕਰਦਾ ਤੇ ਉਹ ਧਰਮ ਹੀ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੇ ਜ਼ਿੰਦਗੀ ਦਾ ਜੋ ਧਰਮ ਉਹ ਦੱਸਿਆ। ਧਰਮ ਨਾਲ ਜੁੜਦੇ ਹਾਂ ਰੱਬ ਨੂੰ ਮਿਲਣ ਦੇ ਲਈ, ਪਰ ਰੱਬ ਨਾਲ ਕਿਵੇਂ ਮਿਲਿਆ ਜਾ ਸਕਦਾ? ਬਾਬਾ ਕਬੀਰ ਸਾਹਿਬ ਜੀ ਨੇ ਬਾਹਰਲੀਆਂ ਅਖੌਤੀ ਮੱਤਾਂ ਮਜਬਾਂ ਦੀਆਂ ਗੱਲਾਂ ਨੂੰ ਰਿਜੈਕਟ ਕਰਨ ਤੋਂ ਬਾਅਦ ਜੋ ਜ਼ਿੰਦਗੀ ਦਾ ਅਸਲੀ ਧਰਮ ਉਹ ਦੱਸਿਆ ਕਿ ਹਿਰਦੈ ਇਖਲਾਸ ਨਿਰਖ ਲੈ ਮੇਰਾ। ਇਖਲਾਸ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਸੁੱਚਾ ਪਿਆਰ, ਪਵਿੱਤਰ ਪਿਆਰ। ਇੱਕ ਪਿਆਰ ਦੁਨਿਆਵੀ ਤੌਰ ਤੇ ਵੀ ਹੁੰਦਾ ਹੈ, ਆਪਾਂ ਦੇਖਦੇ ਹਾਂ ਕਿਸੇ ਦੇ ਨਾਲ ਸਰੀਰਕ ਤੌਰ ਤੇ ਪਿਆਰ ਬਣ ਗਿਆ ਜਾਂ ਕਿਸੇ ਪਦਾਰਥ ਨਾਲ ਪਿਆਰ ਬਣ ਗਿਆ, ਕਿਸੇ ਵਸਤੂ ਨਾਲ ਪਿਆਰ ਬਣ ਗਿਆ, ਉਹ ਸੁੱਚਾ ਪਿਆਰ ਨਹੀਂ, ਇਖਲਾਸ ਨਹੀਂ ਆ। ਇਖਲਾਸ ਅਰਬੀ ਦਾ ਲਫ਼ਜ਼ ਹੈ। ਇਖਲਾਸ ਦਾ ਅਰਥ ਹੁੰਦਾ ਹੈ ਸੁੱਚਾ ਪਵਿੱਤਰ ਪਿਆਰ। ਜਦੋਂ ਤੁਹਾਡੇ ਅੰਦਰ ਹਿਰਦੈ ਇਖਲਾਸ, ਜਦੋਂ ਤੁਹਾਡੇ ਅੰਦਰ ਸੱਚਾ ਸੁੱਚਾ ਪਿਆਰ ਪੈਦਾ ਹੋ ਗਿਆ, ਉਹ ਪਿਆਰ ਜਿੱਥੇ ਕੋਈ ਕਾਮਨਾ ਨਹੀਂ ਹੈ, ਉਹ ਪਿਆਰ ਜਿਹਦੇ ਪ੍ਰਥਾਏ ਗੁਰਬਾਣੀ ਕਹਿੰਦੀ ਸੇਵਾ ਕਰਤ ਹੋਏ ਨੇਹ ਕਾਮੀ ਤਿਸਕੋ ਹੋਤ ਪ੍ਰਾਪਤ। ਉਹ ਪਿਆਰ ਜਿੱਥੇ ਸਮਰਪਣ ਹੈ, ਜਿੱਥੇ ਕੋਈ ਕੰਡੀਸ਼ਨ ਨਹੀਂ ਹੈ, ਜਿੱਥੇ ਕੋਈ ਇਹ ਨਹੀਂ ਹੈ ਕਿ ਮਹਾਰਾਜ ਇੰਨੀਆਂ ਬਾਣੀਆਂ ਪੜਾਂਗਾ ਚੀਜ਼ ਦੇ ਦਿਓ, ਪਿਆਰ ਨਹੀਂ ਹੈ। ਇਹਨੇ ਦੇਣਾ ਮੰਗਾ ਚੀਜ਼ ਦੇ ਦਿਓ, ਨੰਗੇ ਪੈਰੀ ਆਵਾਂਗਾ ਚੀਜ਼ ਦੇ ਦਿਓ, ਇਹਨੇ ਪਾਠ ਕਰਾਂਗਾ, ਇਹਨੇ ਪਾਠ ਕਰਾਵਾਂਗਾ, ਇਹਨੇ ਲੰਗਰ ਲਾਵਾਂਗਾ ਚੀਜ਼, ਇਹ ਪਿਆਰ ਨਹੀਂ ਹੈ, ਇਹ ਤੇ ਸਾਡਾ ਵਪਾਰ ਹੈ। ਕੋਈ ਦੁਕਾਨ ਤੇ ਜਾ ਕੇ ਲੈਣ ਦੇਣ ਕਰਦਾ ਹੈ, ਕੋਈ ਧਰਮ ਸਥਾਨਾਂ ਤੇ ਕਰੀ ਜਾਂਦਾ, ਦੋਵਾਂ 'ਚ ਕੋਈ ਫਰਕ ਨਹੀਂ ਹੈ। ਪਿਆਰ ਦਾ ਅਰਥ ਹੈ ਜਿੱਥੇ ਜਾ ਕੇ ਬੰਦਾ ਕੋਈ ਕੰਡੀਸ਼ਨ ਨਹੀਂ ਰੱਖਦਾ ਰੱਬ ਦੇ ਅੱਗੇ, ਪ੍ਰਮਾਤਮਾ ਅੱਗੇ, ਗੁਰੂ ਅੱਗੇ, ਕਿਸੇ ਵੀ ਅੱਗੇ। ਸੱਚਾ ਪਿਆਰ, ਇਖਲਾਸ ਅਰਬੀ ਦਾ ਇਹ ਲਫ਼ਜ਼ ਹੈ, ਸੱਚਾ ਪਵਿੱਤਰ ਪਿਆਰ, ਜਿੱਥੇ ਜਾ ਕੇ ਕੋਈ ਕਾਮਨਾ ਨਹੀਂ ਰਹਿ ਜਾਂਦੀ। ਮੀਰਾ ਦਾ ਅਰਥ ਹੈ ਪ੍ਰਮਾਤਮਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਿਰਦੇ ਇਖਲਾਸ ਨਿਰਖ ਲੈ ਮੀਰਾ।
ਉਹ ਬੰਦਿਆ ਜਦੋਂ ਤੇਰੇ ਅੰਦਰ ਪਵਿੱਤਰ ਪਿਆਰ ਪੈਦਾ ਹੋ ਜਾਏਗਾ, ਤੂੰ ਆਪਣੇ ਅੰਦਰੋਂ ਹੀ ਉਸ ਪ੍ਰਮਾਤਮਾ ਨੂੰ ਦੇਖ ਲਵੇਂਗਾ। ਇਹੀ ਗੱਲ ਤੇ ਗੁਰੂ ਸਾਹਿਬ ਜੀ ਨੇ ਕਹੀ ਸੀ, ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ, नहात प्रियो लिए सात समुद्रन लोग गयो पर लोक गवायो, बास कियो बख्यान सो बैठ के ऐसे ही ऐसे सो बैस बितायो, साच कहूं सुन लेहो सबे जिन प्रेम कियो तिन ही प्रभ पाओ। प्यार परमात्मा दे लिए प्यार होवे हिरदे च। हुण परमात्मा दे लिए प्यार दा अर्थ ये नहीं है कि लोकां नाल नफरत है। जिस मनुख दे अंदर परमात्मा लिए प्यार है वो ते समुची मानवता नूं प्यार करदा है। परमात्मा सारे थावां ते रमिया होया है, जत्तर तत्तर दिशा विशा वो फैलियो अनुराग, सारे थावां ते परमात्मा रमे है। परमात्मा लिए प्यार जिस मनुख दे अंदर है वो समुची मानवता नूं प्यार करदा है। ਉਹਦੇ ਅੰਦਰ ਪਿਆਰ ਹੁੰਦਾ ਹੈ, ਉਹਦੇ ਨੇਤਰਾਂ 'ਚ ਪਿਆਰ ਹੁੰਦਾ ਹੈ, ਉਹਦੀ ਰਸਨਾ ਤੇ ਪਿਆਰ ਦੇ ਬੋਲ ਹੁੰਦੇ ਨੇ। ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹਿਰਦੈ ਇਖਲਾਸ ਨਿਰਖ ਲੈ ਮੇਰਾ, ਮੇਰਾ ਮੈਨਾ ਪਰਮਾਤਮਾ ਵਾਹਿਗੁਰੂ। ਨਿਰਖ ਦਾ ਅਰਥ ਹੁੰਦਾ ਦੇਖ ਲੈਣਾ ਕਿ ਭਾਈ ਜੇ ਤੇਰੇ ਅੰਦਰ ਪਵਿੱਤਰ ਪਿਆਰ ਹੈ ਤੇ ਤੂੰ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਨੂੰ ਦੇਖ ਲਏਗਾ। ਆਪ ਖੋਜ ਖੋਜ ਮਿਲੇ ਕਬੀਰਾ, कबीर तां अपने आप नूं खोज खोज के रब नूं मिल गया है। धर्म अपने आप नूं खोजण दा है, धर्म कर्म साडे घर छड्ड के बाहर भटकण दा मार्ग नहीं है। किन्ने प्यारे बचन सतगुरु तेग बहादुर साहब जी ने कहे सन, काहे रे बन खोजन जाई, सर्व निवासी सदा अलेपा तो ही संग समाई, पोह मद जो बास बसत है, मुकर माए जैसे छाई, तैसे ही हर बसे निरंतर, घट ही खोजो पाई। फिर सतगुरु जी ने अखीर ते गल कही है, जन नानक बिन आपां चीने मिटे ना भ्रम की काई। साडे अंदर जिहड़ा भरम है, भटकना है, ये जिवें काई नहीं जम जाती पानी ते जाला, और जाला जम जे ते पानी नजर नहीं आउंदा। ये जिहड़ी भरम दी काई है, इहदे करके असीं परमात्मा नूं देख नहीं सकते। पर ये जिहड़ी काई है, ये जंगलां च जाया नहीं मिटनी, ये तीर्थां ते नहातिया नहीं मिटनी, एवें घरों बाहर गई इन्नी वारी फलाने थां चलो फलाने थां चलो, इदां नहीं मिटनी। ये मिटनी है अपने आप की खोज करने नाल। तुसीं दुनिया का कोई कारोबार चलाउणा है, मान लो तुहाडे बच्चे ने डॉक्टर ही बनना है, इंजीनियर बनना है, जां व्यापारी बनना है, कारोबारी बनना है, तो तुसीं उहनूं कहोगे ठाठां तीर्थां दा स्नान करिया फिर तू बन जाएगा। कहेगा तू तो भरमदा ही रहिंदा ते काम ते करदा ही नहीं, दुकान ते जांदा ही नहीं, तू तो सारा दिन तुरिया ही फिरदा। जे तू डॉक्टर बनना है तो पढ़ मेहनत कर, ये नहीं कि तू सारी जिंदगी तुरिया फिरेगा तो तू डॉक्टर बन जाएगा। बनया क्यों डॉक्टर जंगलों च फिरिया जाए इधर तीर्थां दे अंदर, कभी डॉक्टर बनया कोई? जां कोई व्यापारी बनया कोई इधर हो तू ठाठां तीर्थां दे नहा तू व्यापारी बन जाएगा, कभी बने? ਉਹਦੇ ਲਈ ਤੇ ਮਿਹਨਤ ਕਰਨੀ ਪੈਣੀ ਹੈ। ਉਹਦੇ ਲਈ ਤੇ ਜਿਸ ਕੰਮ 'ਚ ਤੁਸੀਂ ਪਏ ਉਹਦੇ ਤੇ ਤੁਹਾਨੂੰ ਫੋਕਸ ਕਰਨਾ ਪੈਣਾ ਹੈ। ਤੇ ਗੁਰਬਾਣੀ ਕਹਿੰਦੀ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ ਤੇ ਜੰਗਲਾਂ 'ਚ ਜਾ ਕੇ ਨਹੀਂ ਜੁੜ ਸਕਦੇ, ਤੀਰਥਾਂ ਦਾ ਰਟਨ ਕਰਕੇ ਨਹੀਂ ਜੁੜ ਸਕਦੇ, ਕੇਵਲ ਤੁਸੀਂ ਪਾਠ ਪਠਨ ਕਰਕੇ ਨਹੀਂ ਜੁੜ ਸਕਦੇ। ਆਪਾਂ ਚੀਨੇ ਆਪਣੇ ਆਪ ਨੂੰ ਖੋਜੋ। ਧਰਮ ਗ੍ਰੰਥ ਪੜ੍ਹਨੇ ਨੇ ਆਪਣੇ ਆਪ ਨੂੰ ਖੋਜਣ ਦੇ ਲਈ, ਗਿਣਤੀਆਂ ਕਰਨ ਲਈ ਨਹੀਂ ਕਿ ਮੈਂ 101 ਵਾਰੀ ਪੜ੍ਹ ਲਿਆ ਰੱਬ ਮਿਲ ਜਾਏਗਾ। ਤੁਸੀਂ ਸਾਰੀ ਜ਼ਿੰਦਗੀ ਪੜ੍ਹੀ ਜਾਓ ਭਾਵੇਂ, ਤੁਹਾਡੀ ਸੁਤੰਤਰਤਾ ਹੈ, ਤੁਹਾਡਾ ਹੱਕ ਹੈ ਪੜਨ ਦਾ, ਕੋਈ ਨਹੀਂ ਰੋਕ ਸਕਦਾ। ਪਰ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇਰੀ ਪਾਈਏ, ਪੜ ਪੜ ਗੱਡੀਏ ਖਾਤ। ਜੇ ਤੇ ਮਿਲਣਾ ਰੱਬ ਨੂੰ ਤੇ ਫਿਰ ਪੜਿਆ ਨਹੀਂ ਮਿਲਣਾ, ਪੜੀਏ ਨਾਹੀ ਭੇਦ ਬੁੱਝੀਏ ਪਾਵਨ, ਗਿਣਤੀਆਂ ਨਾਲ ਨਹੀਂ ਮਿਲਣਾ। ਕਿਉਂਕਿ ਕਈ ਵੀਰ ਗੁੱਸਾ ਕਰ ਜਾਂਦੇ, ਕਹਿੰਦੇ ਜੀ ਤੁਸੀਂ ਗਿਣਤੀਆਂ ਦੀ ਵਿਰੋਧਤਾ ਕਿਉਂ ਕਰਦੇ। ਮੈਂ ਇੰਦੌਰ ਗਿਆ ਤੇ ਮੇਰੇ ਤੋਂ ਪਹਿਲਾਂ ਬੜੇ ਮਾਨਯੋਗ ਭਾਈ ਸਾਹਿਬ, ਬੜੇ ਸਤਿਕਾਰਤ ਨੇ ਸਾਰੇ ਲੋਕਾਂ 'ਚ, ਉਹਨਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਮੇਰੇ ਵੱਲ ਦੇਖ ਕੇ। जी कई लोग कहते गिणतियां नहीं करनियां, तुसी करिया करो, गिणती करनी चाहिए। बड़े उन्होंने जोर दे के गल की, करो गिणतियां, पर गिणतियां रब नूं मिलण लई करो, ये माड़ा गिण ली ना करो कि मैं इन्ने पाठ कर लेने। गिणतियां रब नाल नहीं हो सकदियां। रब ने कुछ देण लग्गियां गिणती कीती, रब ने किन्ने स्वास दिते अज तक कोई बिल भेजिया तुहानूं, रब ने किन्ना रिजक दिता कोई बिल भेजिया, कोई गिणती कीती। रब कहंदा कि तुहानूं दिन च मैं कुछ दिता, आ भी गिणतियां असीं बनाईआं, 24,000 स्वास ने असीं बनाईआं गिणतियां। बिल्कुल झूठ है। 24,000 तो ज्यादा भी हो सकते, कोई घट भी लै सकता है। ये गिणतियां करनियां, रब दे नाल लेखा जोखा करना, ये गुरमत दा मार्ग नहीं। परमात्मा अणगिणत दातां दे रहा है, अमोल दातां दे रहा है। उस परमात्मा नूं प्यार करो। जिथे गिणतियां होण उत्थे प्यार नहीं रहिंदा, उत्थे तां विहार बन जांदा। विहार नहीं करना परमात्मा नाल। जिन प्रेम कियो
ਸਾਡਾ ਕਿਸੇ ਨਾਲ ਪਿਆਰ ਹੋਇਆ ਆਪਾਂ ਕਹਿੰਦੇ ਕਿ ਤੇਰੇ ਲਈ ਮੈਂ ਇੰਨੇ ਦਿਨ ਆਇਆ, ਆਪਾਂ ਕਦੀ ਨਹੀਂ ਕਹਿੰਦੇ। ਸਾਡਾ ਕਿਸੇ ਨਾਲ ਪਿਆਰ ਆਪਾਂ ਕਹਿੰਦੇ ਤੂੰ ਇੰਨੀਆਂ ਰੋਟੀਆਂ ਖਾ ਗਿਆ, ਇੰਨੀ ਵਾਰੀ ਸਾਡੇ ਘਰ ਆ ਕੇ ਤੂੰ ਲੰਗਰ ਪਾਣੀ ਛਕਿਆ, ਕਹਿੰਦੇ ਆਪਾਂ ਕਦੀ ਨਹੀਂ ਕਹਿੰਦੇ। ਤੇ ਦਿਲ ਤੋੜਨ ਵਾਲੀ ਗੱਲ ਹੈ। परमात्मा दे नाल प्यार करो। बाबा कबीर साहब जी कहते ने हृदय इखलास निरख ले मेरा, आप खोज खोज मिले कबीरा। अपने आप नूं खोजो, धर्म अपने आप नूं खोजण दे, गुरबाणी अपने आप नूं खोजण दे लिए। बंदे खोज दिल हर रोज ना फिर परेशानी माए। बाणी रोज पढ़न दा अर्थ अपने आप नूं जानना है। बाणी पढ़न दा अर्थ है शीशे दे सामने जिवें खलोने असीं रोज, शीशा अपने चेहरे नूं देखण लई है, कपड़ियां नूं देखण लई है। हुण जे शीशे दे सामने जाके अखां ही मीट लो, तुसीं कहो जी मैं 100 वारी शीशे दे सामने गया, ठीक आ, अखां मीट लो ते कहो जी मैं दिन च 100 वारी शीशे दे सामने गया, मेरे कपड़े ठीक ने, पर तुसीं ते देखे ही नहीं, कपड़े ते ठीक ही नहीं, शीशे हाल तां देखे ही नहीं। वो हालत साडी है। असीं गिणतियां करदे कि इन्नी वारी बाणी पढ़ी है, पर अखां मीट लैंदे आ। बाणी पढ़नी है सच जानना, जदों अखां केड़ के बाणी पढ़ांगे फिर गिणतियां चेते ही नहीं रहणगीਆਂ। आखो सतनाम श्री। फिर गिणतियां जिथे प्यार होए ना, आप कहने ख्याल ही नहीं किन्ना को खा गए, इन्ना प्यार तुसीं कीता, चेते नहीं रहा किन्ना खा गए। आप यही है ना, ख्याल ही नहीं रहा है, प्यार दीयां गल्लां चलियां, टाइम ही नहीं चेते रहा, आप 1 घंटे लिए बैठे रखे, याद ही नहीं रहा। ये प्यार है ना। जदों परमात्मा दे प्यार च जुड़ जाओगे फिर गिणतियां ते चेते नहीं रहणगीਆਂ। जे गिणतियां चेते ने, प्यार नहीं है, अजे विहार है। बाबा कबीर साहब जी कहणगे आप खोज खोज मिले कबीरा। अपने आप नूं खोजो। गुरबाणी एक शीशा है। गुरबाणी कहती है बंदे खोज दिल हर रोज, अपने आप नूं खोजो। गुरबाणी एक शीशा है। गुरबाणी कहती पर का बुरा ना राखो चीट। ये देखो असीं बुरा तो नहीं करते। गुरबाणी कहती हक पराया नानका उस गाए। अपनी किरत वल नजर मारो, कदी किसी दा हक तो नहीं असीं मारदे। मारो जी सदके तुसीं मारदे हो तो निकल ही जाना है, किते डॉक्टरां को निकल जाएगा, किते होर पासे निकल जाएगा, किते दफ्तर दे किसी क्लर्क नूं वड्डी देनी पै जाएगी, तो निकलना ही पैना। इस करके जे जिंदगी अंदर सुखी होना है, क्योंकि धर्म सुखण दा मार्ग है, जे सुखी होना है तो गुरबाणी दे चानण च अपने आप नूं खोजना शुरू कर दे। जदों खोजना शुरू कर देवांगे उदों सुखी होना शुरू हो जाएंगे। सुखी होने च कोई देरी नहीं लगेगी, कोई रोक ही नहीं सकता तुहानूं सुखी होने तो। जिंदगी च तुहानूं कोई दुखी कर ही नहीं सकता। जिन्हें सुखी होना उन्हें कोई दुखी नहीं कर सकता। दरअसल असीं दुखां नूं जफा मारी बैठे सी, छड्डना नहीं चाहुंदे। इल्जाम असीं रब ते दिंदे आ जां दूसरिਆਂ ते दिंदे कि फलाणे ने दुखी करता, रब ने कोई दुख नहीं दिता, ना दुख देना चाहुंदा। इको एक मार्ग है जिंदगी दा, धर्म है जिंदगी दा कि बंदिया अपनी स्वै पड़चोल कर, अपने आप नूं खोज। ए शरीरा मेरेआ इह जग में आए के क्या तुद कर्म कमाया, की कीता अज तक। आपां बैठ के इकल्लियां सोचिया करिए, अज असीं की कीता, माड़ा काम तो नहीं कीता, किसी दा दिल तो नहीं दिखाया। जदों अपने अंदर झाती मारनी शुरू कर देवांगे उदों ही सुख वरतना शुरू हो जाएगा। बाबा कबीर साहब जी ने उन्हां धार्मिक लोगों की गल करके जिहड़े धर्म के नां ते लोकां नूं गुलाम बनाई बैठे ने, धर्म के नां ते लोकां नूं लड़ाउंदे ने, धर्म के नां ते लोकां च नफरत पैदा करदे ने, उन्हां दी गल करदे कहणगे पंडित मुल्ला छोड़ छाड़े दो हमरा झगड़ा रहना को। असीं पंडित भी छाड़ता, मुल्ला भी छाड़ता। और गुरु नानक साहब जी ने सानूं ये मार्ग दिता है। असीं कोई हिंदू मुसलमान के झगड़े च नहीं पैंदे, वो अपने अपने रस्ते ते तुरे रहन। पर किसी नूं ये अधिकार भी कहण दा नहीं कि सिख साडे चों ने, वो मूर्खता होएगी उस बंदे दी। सिख निरोल परमात्मा दा प्यारा है। सिख अकाल पुरख दे मार्ग ते जागत जोत जपै निसबासर एक बिना मन नहक नाने। पूर्ण प्रेम प्रतीत सजे व्रत गोर मड़ी मठ भूल न माने। तीर्थ दान दिया तो संजो। आ जेड़े कहंदे सिख साडे चों गुरबाणी तो कहंदी तीर्थ दान दिया तो समझो, एक बिना ना एक पछाने। साडा कोई तीर्थां नाल वास्ता ही नहीं। असीं गुरु स्थानां ते जाने आ, गुरु का इतिहास जान लई। इस करके नहीं जाने कि इन्नी वार नावांगे सानूं मुक्ति मिल जाएगी। जिहड़ा जांदा है वो गुरु स्थान ते ही नहीं जा रहा। जिहड़ा ख्याल लैके जा रहा है ना, उन्होंने गुरु स्थान की महानता का नहीं पता। असीं गुरु स्थानां ते जाने गुरु का उपदेश जानने के लिए, सतसंगत करने के लिए, गुरबाणी श्रवण करने के लिए, गुरु की बख्शिश लैण के लिए। इसलिए नहीं जाते कि इन्नी बार नावांगे सानूं मुक्ति मिल जाएगी। आओ आपां गुरबाणी महान इनकलाबी दात है साडे कोल, वडमुल्ला खजाना है, मनुखी जीवन जाच है। इनू पढ़िए, इनू विचारिए, इहदी रोशनी विच चलीए। सतगुरु मेहर करन आउण वाला समा सारे लई खुशियां लैके आए। असीं सारे ही आउण वाले समय च गुरबाणी की रोशनी च चल के जिथे अपनी जिंदगी नूं सवारना है, उत्थे इक्को एक रस्ता है परमात्मा की रहमत नूं प्राप्त करन दा।
सेवा ते सिमरन। सेवा मनुखता दी, सिमरन परमात्मा दा। मनुखता दी सेवा आपां करिए। समाज नूं लोड़ है अज चंगे इंसानां दी। समाज अनेकां बुराइयां जां अनेकां धर्म दे नां ते वाद-वाद अज भी ने, उन्हां तो मुक्त करन दे लई इक्को एक मार्ग है गुरु ग्रंथ साहिब जी, गुरु ग्रंथ साहिब जी दा। इन्नियां बेनतियां प्रवान करनियां। भुल चुक दी खिमा, सरबत दा धन्नवाद। प्यार अदब सह सारे ही बुलाओ। वाहिगुरू जी का खालसा, वाहिगुरू जी की फतेह।